ਚਾੜੀ ਨਾਮ ਦੀ ਰੰਗਣ ਰਾਮ ਰਾਮ ਬੋਲਿਆ, ਜੁੜੀ ਜੋਤ ਨਾਲ ਜੋਤ ਨੂਰੋਂ ਨੂਰ ਵੇਖਿਆ। ਅਸਾਂ ਕੁਟੀਆਂ 'ਚ ਰੱਬ ਦਾ ਜ਼ਹੂਰ ਵੇਖਿਆ। ਜਿਨਾ ਪੀ ਲਿਆ ਪਿਆਲਾ ਮੇਰ ਤੇਰ ਫੁੱਲ ਵੇ, ਟੁੱਟੇ ਭਰਮਾਂ ਦੇ ਜਿੰਦੜੇ ਕੁਆੜ ਫੁੱਲ ਵੇ। ਊਚ ਨੀਚ ਆਪੋ ਲੇਖਾ ਇਥੋਂ ਦੂਰ ਵੇਖਿਆ। ਅਸਾਂ ਕੁਟੀਆਂ 'ਚ ਰੱਬ ਦਾ ਜ਼ਹੂਰ ਵੇਖਿਆ। ਮੇਰੀ ਢਹਿ ਪਿਆ ਦੁਆਰੇ ਗੁਨਾਹਗਾਰ ਬਾਬਾ ਜੀ, ਉਹਦੇ ਨਾਲ ਲਾਰੇ ਮੇਰਾ ਬੇੜਾ ਪਾਰ ਬਾਬਾ ਜੀ। ਤਾਂ ਵੀ ਬਖਸ਼ ਦੇਵੀ ਮੇਰਾ ਜੇ ਕਸੂਰ ਵੇਖਿਆ। ਅਸਾਂ ਕੁਟੀਆਂ 'ਚ ਰੱਬ ਦਾ ਜ਼ਹੂਰ ਵੇਖਿਆ। ਹੋ ਕੇ ਅਸੀਂ ਅੱਜ ਇੱਥੇ ਨਾਨਕਪੁਰਾ ਸ਼੍ਰੀ ਗੁਰੂ ਰਵਿਦਾਸ ਮੰਦਰ ਵਿਖੇ ਪਹੁੰਚੇ ਹਾਂ। ਤੇ ਅੱਜ ਕੁਆਇਟ ਡੇ ਹੈ, ਕਿਉਂਕਿ ਪ੍ਰੋਗਰਾਮ ਨਹੀਂ ਹੈ, ਸਿਰਫ ਇੱਥੇ ਦੀ ਇਹ ਫਿਲਮ ਬਣਾਉਣ ਵਾਸਤੇ ਹੀ ਆਏ ਹਾਂ, ਤਾਂ ਕਿ ਲੋਕਾਂ ਵਿੱਚ ਜਾਣਕਾਰੀ ਦੱਸ ਸਕੀਏ ਕਿ ਦਿੱਲੀ ਵਿੱਚ ਕਿੰਨੇ ਆਪਣੇ ਗੁਰੂ ਘਰ ਹਨ। ਤੇ ਇਸ ਗੁਰੂ ਘਰ ਇਹ ਵੀ ਬਹੁਤ ਪੁਰਾਤਨ ਗੁਰੂ ਘਰ ਹੈ। ਜਦੋਂ ਜਿਹੜੇ ਪੰਜਾਬ ਤੋਂ ਪੜ੍ਹੇ ਲਿਖੇ ਲੋਕੀ ਦਿੱਲੀ ਨੌਕਰੀ ਕਰਨ ਆਏ ਸਨ ਤੇ ਉਹਨਾਂ ਨੂੰ ਫਿਰ ਇੱਥੇ ਕੁਆਟਰ ਮਿਲਣੇ ਸ਼ੁਰੂ ਹੋ ਗਏ। ਸਭ ਤੋਂ ਪਹਿਲਾਂ ਮੋਤੀ ਬਾਗ ਕੁਆਟਰ ਮਿਲੇ ਤੇ ਉੱਥੇ ਮੋਤੀ ਬਾਗ ਸ਼੍ਰੀ ਗੁਰੂ ਰਵਿਦਾਸ ਮੰਦਰ ਬਣਾਇਆ। ਤੇ ਉਸ ਤੋਂ ਬਾਅਦ ਨਾਨਕਪੁਰਾ 1955-56 ਦੀ ਗੱਲ ਆ, ਉਦੋਂ ਇੱਥੇ ਗੁਰੂ ਘਰ ਬਣਿਆ। ਤੇ ਉਦੋਂ ਤੋਂ ਇੱਥੇ ਲਗਾਤਾਰ ਫੰਕਸ਼ਨ ਹੁੰਦੇ ਹਨ। ਮੋਤੀ ਬਾਗ ਤੋਂ ਨਗਰ ਕੀਰਤਨ ਸ਼ੋਭਾ ਯਾਤਰਾ ਨਿਕਲਦੀ ਹੈ ਤੇ ਨਾਨਕਪੁਰੇ ਗੁਰੂ ਰਵਿਦਾਸ ਮੰਦਰ ਤੋਂ ਹੁੰਦੀ ਹੋਈ ਆਰ ਕੇ ਪੁਰਮ ਗੁਰੂ ਰਵਿਦਾਸ ਮੰਦਰ ਜਾ ਕੇ ਸਮਾਪਤ ਹੁੰਦੀ ਹੈ। ਬਹੁਤ ਹੀ ਵਿਸ਼ਾਲ ਨਗਰ ਕੀਰਤਨ ਦੀ ਸ਼ੋਭਾ ਯਾਤਰਾ ਹੁੰਦੀ ਹੈ। ਉਹਦੇ ਵਿੱਚ ਸਾਰੇ ਹੀ ਦਿੱਲੀ ਦੇ ਜਿੰਨੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰੇ ਹਨ, ਮੰਦਰ ਹਨ, ਉੱਥੋਂ ਲੋਕ ਆਉਂਦੇ ਹਨ ਝਾਕੀਆਂ ਲੈ ਕੇ, ਔਰ ਬਹੁਤ ਸੁੰਦਰ ਨਜ਼ਾਰਾ ਹੁੰਦਾ ਹੈ। ਔਰ ਜਿੰਨੇ ਵੀ ਮੰਦਰ ਰਸਤੇ ਵਿੱਚ ਆਉਂਦੇ ਹਨ ਉੱਥੇ ਲੰਗਰ ਪਾਣੀ ਚਾਹ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਤੇ ਅੱਜ ਅਸੀਂ ਇਹ ਵੀ ਮੰਦਰ ਨਾਨਕਪੁਰਾ ਵਿਖੇ ਸਾਰਿਆਂ ਨੂੰ ਦਿਖਾਉਂਦੇ ਹਾਂ। ਦੂਸਰਾ ਇੱਥੇ ਮੋਤੀ ਬਾਗ ਗੁਰਦੁਆਰਾ ਰਿੰਗ ਰੋਡ 'ਤੇ ਹੈ, ਉੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਹਨ। ਉਹਦੇ ਲਾਗੇ ਹੀ ਇਹ ਗੁਰੂ ਰਵਿਦਾਸ ਧਰਮ ਸਥਾਨ ਹੈ। ਤੇ ਸਾਡੇ ਨਾਲ ਸੇਵਾ ਸਿੰਘ ਜੀ ਜੁੜੇ ਹੋਏ ਹਨ, ਸਵੇਰ ਤੋਂ ਹੀ ਮੇਰੇ ਨਾਲ ਹਨ। ਤੇ ਉਹ ਇਸ ਮੰਦਰ ਬਾਰੇ ਗੱਲਬਾਤ ਕਰਨਗੇ। ਤੇ ਫਿਰ ਆਪਾਂ ਇੱਥੇ ਦੇ ਸੇਵਾਦਾਰ ਜਿਹੜੇ ਇੱਥੇ ਰਾਤ ਦਿਨ ਸੇਵਾ ਕਰਦੇ ਹਨ, ਸੋਹਣ ਲਾਲ ਜੀ, ਉਹਨਾਂ ਤੋਂ ਵੀ ਆਪਾਂ ਗੱਲਬਾਤ ਸੁਣਾਂਗੇ। ਪਹਿਲਾਂ ਸੇਵਾ ਸਿੰਘ ਜੀ ਗੱਲਬਾਤ ਕਰਨਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਰ ਨਾਨਕਪੁਰਾ ਜੋ ਮੋਤੀ ਬਾਗ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਦਾ ਹੈ, ਉਸ ਤੋਂ ਅੱਗੇ ਹੈ, ਕਲੋਨੀ ਦੇ ਨਾਲ ਟੱਚ ਕਰਦਾ ਹੈ। ਇਹ ਬਹੁਤ ਹੀ ਵੱਡਾ ਮੰਦਰ ਹੈ। ਇੱਥੇ ਪੁਰਾਣੇ ਜੋ ਸਾਡੇ ਭਾਈ ਸਾਹਿਬ ਬਜ਼ੁਰਗ ਸਨ, ਉਹਨਾਂ ਨੇ ਬੜੀ ਮਿਹਨਤ ਕਰਕੇ ਸਿਰਾਂ 'ਤੇ ਮਿੱਟੀਆਂ ਢੋ ਕੇ ਇਹ ਮੰਦਰ ਬਣਾਇਆ। ਪਹਿਲਾਂ ਜਿੰਨੇ ਸਾਰੇ ਬਜ਼ੁਰਗ ਸਨ ਉਹ ਰੈਗੜਪੁਰਾ ਕਰੋਲ ਬਾਗ ਰਹਿੰਦੇ ਸਨ। ਰੈਗੜਪੁਰਾ ਤੋਂ ਫਿਰ ਇੱਧਰ ਆਏ ਜਦੋਂ ਇਹਨਾਂ ਨੂੰ ਕੁਆਟਰ ਮਿਲ ਗਏ। ਉਸ ਤੋਂ ਬਾਅਦ ਫਿਰ ਸਾਰਿਆਂ ਨੇ ਮਿਲ ਕੇ ਥੋੜ੍ਹਾ ਯੋਗਦਾਨ ਮਾਇਆ ਦਾ ਔਰ ਸੇਵਾ ਕਰਨ ਦਾ ਇੱਥੇ ਕੀਤਾ। ਹੁਣ ਇੱਥੇ ਮੰਦਰ ਬੜਾ ਆਲੀਸ਼ਾਨ ਬਣਿਆ ਹੋਇਆ ਹੈ। ਔਰ ਜਦੋਂ ਨਗਰ ਕੀਰਤਨ ਆਉਂਦਾ ਹੈ, ਸ਼ੋਭਾ ਯਾਤਰਾ ਮੋਤੀ ਬਾਗ ਤੋਂ ਸਭ ਤੋਂ ਪਹਿਲਾਂ ਇਸ ਮੰਦਰ ਵਿੱਚ ਆਉਂਦੀ ਹੈ। ਇੱਥੇ ਬੜੀ ਸੇਵਾ ਕੀਤੀ ਜਾਂਦੀ ਹੈ, ਸੰਤਾਂ ਮਹਾਤਮਾ ਦੀ ਇੱਜ਼ਤ ਕੀਤੀ ਜਾਂਦੀ ਹੈ, ਸਾਧ ਸੰਗਤ ਦੀ ਇੱਜ਼ਤ ਕੀਤੀ ਜਾਂਦੀ ਹੈ, ਸਰੋਪੇ ਪਾਏ ਜਾਂਦੇ ਹਨ। ਔਰ ਇੱਥੇ ਚਾਹ ਪਾਣੀ ਦਾ ਲੰਗਰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ। ਇੱਥੇ
ਜਦ ਤੋਂ ਦਾਸ ਇੱਥੇ ਆਉਂਦਾ ਹੈ ਉਸ ਦਾ 14-15-16 ਸਾਲ ਹੋ ਗਏ। ਮਹੰਤ ਸੋਹਣ ਲਾਲ ਜੀ ਜੋ ਇੱਥੇ ਸੇਵਾਦਾਰ ਹਨ, ਬਹੁਤ ਹੀ ਤਕੜੇ ਸੇਵਾਦਾਰ ਹਨ, ਜੋੜੀ ਦਿਨ ਰਾਤ ਇੱਥੇ ਸੇਵਾ ਕਰਦੇ ਹਨ। ਉਹਨਾਂ ਦੇ ਮਿਸੇਜ ਵੀ, ਘਰ ਵਾਲੇ ਵੀ ਨਾਲ ਇੱਥੇ ਸੇਵਾ ਕਰਦੇ ਹਨ। ਨਾਲ ਉਹਨਾਂ ਦੇ ਭਾਈ ਸਾਹਿਬ ਛੋਟੇ ਹਨ, ਉਹ ਵੀ ਬੜੀ ਸੇਵਾ ਕਰਦੇ ਹਨ। ਇੱਥੇ ਬੜੇ ਦਰਖਤਾਂ ਦੇ ਪੱਤੇ ਹੋਰ ਜੋ ਬੜਾ ਸਫਾਈ ਕਰਨੇ ਦਾ ਹੁੰਦਾ ਕੰਮ, ਇਹ ਬੜੇ ਪ੍ਰੇਮ ਭਾਵ ਦੇ ਨਾਲ ਸਵੇਰੇ ਉੱਠ ਕੇ ਸਫਾਈ ਕਰਕੇ ਫਿਰ ਆਰਤੀ 2 ਟਾਈਮ ਹੁੰਦੀ ਹੈ, ਪ੍ਰਸ਼ਾਦ ਹੁੰਦਾ ਹੈ। ਔਰ ਜੋ ਵੀ ਸੰਗਤ ਇੱਥੇ ਆਉਂਦੀ ਹੈ ਉਹਨਾਂ ਦੀ ਬੜੀ ਸ਼ਰਧਾ ਦੇ ਨਾਲ ਜੋ ਵੀ ਲੰਗਰ ਇੱਥੇ ਹੁੰਦਾ ਹੈ, ਕੀਰਤਨ ਹੁੰਦਾ ਹੈ ਸਾਲ ਦਾ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ 'ਤੇ, ਉਸ 'ਤੇ ਵੀ ਬੜੀ ਇਹ ਸਾਰੀ ਗ੍ਰਾਹੀ ਕਰਕੇ ਦਾਸ ਵੀ ਨਾਲ ਹੀ ਹੁੰਦਾ, ਸਾਰੀਆਂ ਕਲੋਨੀਆਂ ਵਿੱਚ ਜਾਂਦੇ ਆ ਔਰ ਸੇਵਾ ਕਰਕੇ ਉਹ ਸਾਰੀ ਜਿੰਨੀ ਵੀ ਰਸਦ ਹੁੰਦੀ ਹੈ ਜਾਂ ਮਾਇਆ ਸੰਗਤ ਦਿੰਦੀ ਹੈ ਉਹ ਸਾਰਾ ਇੱਥੇ ਟੈਂਟ ਲੱਗਦੇ ਹਨ, ਡੈਕੋਰੇਸ਼ਨ ਹੁੰਦੀ ਹੈ। ਉਸ ਤੋਂ ਬਾਅਦ ਸਾਰਾ ਕਾਰਜ ਪੂਰਾ ਹੁੰਦਾ ਹੈ। ਦਾਸ ਇੱਥੇ ਤਕਰੀਬਨ 14-15 ਸਾਲ ਤੋਂ ਸਟੇਜ ਸੈਕਟਰੀ ਦੀ ਸੇਵਾ ਨਿਭਾਉਂਦਾ ਹੈ। ਇਹ ਵੀ ਸਤਿਗੁਰ ਦੀ ਦੇਣ ਹੈ, ਕਿਉਂਕਿ ਸਾਧ ਸੰਗਤ ਔਰ ਸਤਿਗੁਰ ਦਾ ਆਸ਼ੀਰਵਾਦ ਹੋਵੇ ਤਾਂ ਹੀ ਬੰਦਾ ਸੇਵਾ ਕਰ ਸਕਦਾ ਹੈ। ਔਰ ਮੈਂ FC ਮਾਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ। ਦੁਬਾਰਾ ਸਵੇਰ ਤੋਂ ਹੀ ਇਹ ਦਾਸ ਨੂੰ ਵੀ ਨਾਲ ਹੀ ਸੇਵਾ ਕਰਨ ਦਾ ਮੌਕਾ ਦੇ ਰਹੇ ਹਨ। ਸਾਡੇ ਮਾਨਯੋਗ ਸੋਹਣ ਲਾਲ ਜੀ, ਮੇਰਾ ਇਹਨਾਂ ਦਾ ਭਰਾਵਾਂ ਨਾਲ ਵੀ ਜ਼ਿਆਦਾ ਪਿਆਰ ਹੈ ਔਰ ਇੱਥੇ ਇਹਨਾਂ ਦੇ ਸਹਿਯੋਗ ਨਾਲ ਇਹ ਮੰਦਰ ਚੱਲ ਰਿਹਾ ਹੈ ਔਰ ਸਾਰੇ ਇਹ ਸੇਵਾ ਪੂਰੀ ਫੁੱਲ ਇੱਥੇ ਇਕੱਲੇ ਹੀ ਕਰਦੇ ਹਨ, ਕੋਈ ਇਹਨਾਂ ਦਾ ਸਾਥ ਨਹੀਂ ਇੱਥੇ ਦਿੰਦਾ। ਸੋ ਮੈਂ ਫਿਰ ਦੁਬਾਰਾ ਸ਼੍ਰੀ ਸੋਹਣ ਲਾਲ ਜੀ ਦਾ ਬੜਾ ਧੰਨਵਾਦ ਕਰਦਾ ਜੋ ਇੱਥੇ ਸੇਵਾ ਅਣਥੱਕ ਸੇਵਾ ਕਰਦੇ ਹਨ। ਜੈ ਗੁਰਦੇਵ, ਜੈ ਧੰਨ ਗੁਰੂ ਰਵਿਦਾਸ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਜ਼ਿਕਰਯੋਗ ਹੈ ਕਿ ਇੱਥੇ ਜਿੰਨੇ ਵੀ ਗੌਰਮੈਂਟ ਐਮਪਲਾਈਜ਼ ਪੰਜਾਬ ਤੋਂ ਆਏ ਸਨ ਉਹਨਾਂ ਨੂੰ ਕੁਆਟਰ ਮਿਲੇ, ਸਾਰੇ ਰਿਟਾਇਰ ਹੋ ਕੇ ਦੂਰ ਦਰੇਡੇ ਜਾ ਕੇ ਵਸ ਗਏ ਔਰ ਕਈਆਂ ਦੀ ਡੈਥ ਵੀ ਹੋ ਗਈ, ਪਰ ਉਹਨਾਂ ਦੇ ਬੱਚੇ ਜਿਨ੍ਹਾਂ ਦੀ ਅਟੈਚਮੈਂਟ ਹੈ ਇਸ ਮੰਦਰ ਦੇ ਨਾਲ ਹਾਲੇ ਵੀ ਇੱਥੇ ਨਤਮਸਤਕ ਹੋਣ ਲਈ ਆਉਂਦੇ ਰਹਿੰਦੇ ਹਨ। ਸੰਗਤ ਹੁਣ ਇੱਥੇ ਨਾਂ ਦੇ ਬਰਾਬਰ ਹੈ, ਪਰ ਇਸ ਮੰਦਰ ਵਿਖੇ ਫਿਰ ਵੀ ਆ ਕੇ ਉਹ ਰੌਣਕਾਂ ਲਗਾਉਂਦੇ ਹਨ। ਅਤੇ ਚਲੋ ਹੁਣ ਆਪਾਂ ਸੋਹਣ ਲਾਲ ਜੀ ਜਿਹੜੇ ਇੱਥੇ ਸੇਵਾਦਾਰ ਹਨ, ਰਾਤ ਦਿਨ ਮਹਾਰਾਜ ਦੀ ਸੇਵਾ 'ਚ ਲੱਗੇ ਰਹਿੰਦੇ ਹਨ, ਕਾਫੀ ਗੁਰਬਾਣੀ ਦੇ ਵੀ ਇਹਨਾਂ ਨੂੰ ਗਿਆਤਾ ਹਨ, ਉਹਨਾਂ ਤੋਂ ਇਸ ਮੰਦਰ ਬਾਰੇ 2 ਸ਼ਬਦ ਸੁਣਦੇ ਹਾਂ। ਜੈ ਗੁਰਦੇਵ ਜਨਾਬ। ਅਸੀਂ ਇਸ ਮੰਦਰ 'ਚ ਰਹਿੰਦੇ ਹਾਂ, ਇਹਦੀ ਸੇਵਾ ਮੇਨਟੇਨੈਂਸ ਜੋ ਵੀ ਚੀਜ਼ ਹੈ ਸਭ ਕਰਦੇ ਹਾਂ। ਪਹਿਲੇ ਆਦਮੀ ਬਹੁਤ ਸੀ, ਪੰਜਾਬ ਤੋਂ ਆਏ ਸੀਗੇ ਤਾਂ ਮੰਦਰ ਬਣਿਆ। ਉਸ ਤੋਂ ਬਾਅਦ अब मतलब कहना वो बेचारे कहीं कहीं मतलब कहना जहाँ भी जाना था जहाँ चले गए अपने अपने क्वार्टर ते इत्थे सरकारी क्वार्टर हैगे ने, वो हुण खाली आ इस वक्त मतलब कहना बहुत घੱਟ आदमी हैगे ने। सानू कम से कम भी 50 साल मेरे को हो गए सेवा करदे, दिल जान से सेवा की जाती है। बाकी सब ठीक ठाक है, मतलब कहना परमात्मा की दया है। सब दुनिया बड़े प्यार मुहब्बत से ना इत्थे आंदी है। साल बाद कीर्तन सब हुंदा हैगा ते प्रभु दे गुण सारे गाते हैं। रात दिन हम आरती की करते हैं और नाल शब्द चौकी भी करते हैं, सब कुछ करते हैं। अलख निरंजन आरती तेरी, तेज पुंज हर जीवन मेरी, निराकार निरंजन रामा, निराकार निरंजन रामा ताना। सतनाम श्री वाहिगुरु बोले सो नर है। ਮਹਾਰਾਜ ਕੀ ਜੈ। ਬਹੁਤ ਬਹੁਤ ਧੰਨਵਾਦ ਸੋਹਣ ਲਾਲ ਜੀ, ਅਤੇ ਨਾਲ ਹੀ ਉਹਨਾਂ ਦੇ ਬੀਬੀ ਭੈਣ ਜੀ ਬੈਠੇ ਹਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੇਵਾ ਸਿੰਘ ਜੀ ਦਾ, ਇੱਧਰ ਗੁਰਮੇਸ਼ ਜੀ ਬੈਠੇ ਹਨ, ਇਹ ਵੀ ਸੇਵਾਦਾਰ ਹਨ ਇੱਥੇ। ਬਹੁਤ ਬਹੁਤ ਸਾਰਿਆਂ ਦਾ ਫਿਰ ਇੱਕ ਦਫਾ ਧੰਨਵਾਦ ਕਰਦੇ ਹਾਂ। ਜੈ ਗੁਰਦੇਵ, ਧੰਨ ਗੁਰਦੇਵ। ਅਸਾਂ ਕੁਟੀਆਂ 'ਚ ਰੱਬ ਦਾ ਜ਼ਹੂਰ ਵੇਖਿਆ, ਅਸਾਂ ਕੁਟੀਆਂ 'ਚ ਰੱਬ ਦਾ ਜ਼ਹੂਰ ਵੇਖਿਆ, ਸੋਮਾ ਪ੍ਰੇਮ ਤੇ ਪਿਆਰ ਦਾ ਹਜ਼ੂਰ ਵੇਖਿਆ। ਅਸਾਂ ਕੁਟੀਆਂ 'ਚ ਰੱਬ ਦਾ ਜ਼ਹੂਰ ਵੇਖਿਆ।
ਇੱਥੇ ਦੁਖੀਆਂ ਗਰੀਬਾਂ ਦਾ ਸਹਾਰਾ ਵੇਖਿਆ, ਭੁੱਲੇ ਭਟਕਿਆਂ ਲਈ ਚਾਨਣ ਮੁਨਾਰਾ ਵੇਖਿਆ। ਮੂਸਾ ਵਾਲਾ ਆਸਾਂ ਇੱਥੇ ਕੋਹੇ ਤੂਰ ਵੇਖਿਆ। ਅਸਾਂ ਕੁਟੀਆਂ 'ਚ ਰੱਬ ਦਾ ਜ਼ਹੂਰ ਵੇਖਿਆ। ਗੁੱਜੀ ਰਮਜ ਨੂੰ ਕੋਈ ਵਿਰਲਾ ਪਛਾਣਦਾ, ਜਿਹੜਾ ਬੁੱਝ ਲੈਂਦਾ ਮਸਤੀ 'ਚ ਮੌਜਾਂ ਮਾਣਦਾ। ਇਹਦੀ ਨਜ਼ਰਾਂ ਦੇ ਵਿੱਚ ਮਨਜ਼ੂਰ ਵੇਖਿਆ। ਅਸਾਂ ਕੁਟੀਆਂ 'ਚ ਰੱਬ ਦਾ ਜ਼ਹੂਰ ਵੇਖਿਆ। ਇਹ ਤਾਂ ਕੱਟਦੇ ਨੇ ਗੇੜ ਸਾਰਾ ਆਵਾ ਗਾਉਣ ਦਾ, ਤੰਗ ਦੱਸ ਕੇ ਸੁਖਾਲਾ ਮੁਕਤੀ ਨੂੰ ਪਾਉਣ ਦਾ। ਸ਼ੀਸ਼ਾ ਹੋਮੇ ਵਾਲਾ ਹੁੰਦਾ ਇੱਥੇ ਚੂਰ ਵੇਖਿਆ। ਅਸਾਂ ਕੁਟੀਆਂ 'ਚ ਰੱਬ ਦਾ ਜ਼ਹੂਰ ਵੇਖਿਆ। ਇਹਦੇ ਚਰਨਾਂ 'ਚ ਗੰਗਾ ਦਾ ਨਜ਼ਾਰਾ ਵੇਖਿਆ। ਗੰਗਾ ਜਮਨਾ ਸਰਸਵਤੀ ਦਾ ਇਸ਼ਾਰਾ ਵੇਖਿਆ। ਜਿਨ੍ਹਾਂ ਕੀਤਾ ਇਸ਼ਨਾਨ ਭਰਪੂਰ ਵੇਖਿਆ। ਅਸਾਂ ਕੁਟੀਆਂ 'ਚ ਰੱਬ ਦਾ ਜ਼ਹੂਰ ਵੇਖਿਆ। ਦਿਨ ਰਾਤ ਇੱਥੇ ਚੱਲ ਸੰਗਤਾਂ ਨੇ ਆਉਂਦੀਆਂ। ਸਤਨਾਮ ਸਤਨਾਮ ਰਸਨਾ ਚੋਂ ਗਾਉਂਦੀਆਂ। ਮਾਇਆ ਮੋਹ ਦਾ ਜੰਜਾਲ ਇੱਥੋਂ ਦੂਰ ਵੇਖਿਆ। गुरु प्यारी साध संगत जी, श्री गुरु रविदास धर्म स्थानों के मंदिरों के दर्शन करते हुए आज हम लोग देवनगर करोलबाग एरिया में श्री गुरु रविदास विश्राम धाम मंदिर में पहुंचे हैं। और ये मंदिर का मैं थोड़ा सा आपको बता दूं कि ये बहुत दिल्ली में सबसे पुरातन मंदिर है। और बाबा साहब डॉक्टर बी.आर. अम्बेडकर साहब ने भी जहाँ चरण पाए हैं। और यहाँ के लोगों को गुरु रविदास महाराज के बारे में शायद पहले इतना ज्ञान नहीं था, या उन्होंने सुना भी नहीं था। बाबा साहब ने ही इनको गुरु रविदास महाराज के बारे में बताया कि गुरु रविदास महाराज जी हमारे कुल गुरु हैं। तो बाबा साहब ने ही सबसे पहले जहाँ से जो नगर कीर्तन शोभा यात्रा आरंभ की है वो इसी स्थान से बाबा साहब ने ही शुरुआत कराई थी। तो उसमें पंजाब से भी बहुत लोग आए हुए थे और जहाँ के भी काफ़ी लोग थे, क्योंकि पंजाब से भी जो लोग आए हुए थे वो इसी एरिया में रहते थे रगड़पुरा में। और उसमें भागमाल कटारिया जी, पखराम हीर जी, नानक चंद रत्तू जी ते और हुक्मचंद जाटव जी, काफ़ी लोग जिनके मेरे को नाम याद है, मैं तो काफ़ी बाद में आया। और उन्होंने ये शुरुआत करी है। वो जो उन्होंने ये बीज बोया है, पौधा लगाया है, उसका आनंद हम लोग आज मान रहे हैं। बाबा साहब ने जो पौधा लगाया, तो यहाँ मंदिर में हर साल गुरु रविदास महाराज जी के प्रकाशोत्सव पर एक बहुत ही विशाल शोभा यात्रा लाल किले रेड फोर्ट से शुरू होती है कोई 2:30-3 बजे, और रात को जहाँ 10-11 बजे आकर इस विश्राम धाम में समाप्त होती है। और लाल किले से लेकर जहाँ विश्राम धाम तक जगह जगह फ्रूट के, खाने पीने के, चाय पानी के, जलपान के स्टॉल लगाए होते हैं, ताकि जितनी भी संगत
उस शोभा यात्रा में होती है और रास्ते में उनको प्रसाद बांटा जाता है और पूरा वो प्रसाद लेकर जहाँ पहुँचते हैं। और एक जहाँ बड़ा वर्णन जो बात है कि ये जो शोभा यात्रा है शीशगंज गुरुद्वारे से आगे से निकलती है, बहुत बैंड बाजों के साथ, झांकियों के साथ, और वहाँ भी सिर झुकाकर गुरुद्वारे के सामने से आगे निकलती है। और ये बहुत पुराना एरिया है, पुरानी दिल्ली का एरिया है, बड़ा भीड़ भड़के वाला एरिया है, बहुत पब्लिक होती है। पर वो जो शोभा यात्रा है, नगर कीर्तन है, उसका नज़ारा एक देखने लायक ही होता है। कभी भी संगत दिल्ली में आती है गुरु रविदास महाराज के प्रकाश उत्सव पर, तो इस शोभा यात्रा में उनको उपस्थित होकर आनंद मानना चाहिए। और ये मंदिर तो अभी तो बहुत विशाल मंदिर बन गया है, देखने लायक है। दिल्ली के जो हिस्टोरिकल प्लेसेस है उसमें से श्री गुरु रविदास विश्राम धाम मंदिर देवनगर बहुत देखने लायक है। जो भी दिल्ली में आए संगत इस मंदिर में ज़रूर दर्शन करके जाए। जहाँ रहने की भी व्यवस्था है, सब बहुत अच्छा लगता है। गुरु रविदास महाराज की जो आपने उनका रूप देखा है वो भी देखने लायक है, बहुत सुंदर है। जहाँ कि मैं जिक्र कर दूं कि पिछले साल जहाँ प्रधानमंत्री नरेंद्र मोदी जी ने भी आके गुरु महाराज के चरणों में नतमस्तक हुए थे और उन्होंने जहाँ बैठकर कीर्तन भी किया और शहने भी बजाए, हमने भी देखा, टीवी में भी देखा, सब जगह लोगों ने देखा था। तो और भी बाबू जगजीवन राम जी और जितने भी हमारे प्रतिबंध सज्जन थे, लीडर थे, नेता थे, सब लोगों ने जहाँ आकर अपना नतमस्तक किया है। दिल्ली के चीफ मिनिस्टर शीला दीक्षित और उससे पहले भी मदन लाल खुराना जी और जितने भी, मेरे को नाम इतने मैं नाम याद नहीं है, और जितने भी प्राइम मिनिस्टर जहाँ चीफ मिनिस्टर हुए, जहाँ और मिनिस्टर हुए, उन्होंने इस मंदिर में आके गुरु महाराज का आशीर्वाद लेने के लिए ज़रूर मत्था टेका है। तो आओ, जहाँ के कमेटी के मेंबर मेरे पास बैठे हैं, प्रधान श्री गोपाल कृष्ण जी है और विजेंद्र कुमार जी जनरल सेक्रेटरी हैं, भोपाल सिंह जाटव जी प्रचार मंत्री हैं। और आज क्वाइट डे है क्योंकि यहाँ कोई फंक्शन नहीं है, इसलिए ज़्यादा संगत नहीं है, सिर्फ हम डॉक्यूमेंट्री बनाने के लिए जहाँ आए थे। चलो मंदिर के बारे में और हम बातचीत इनसे करते हैं। और मेरे साथ विजेंद्र कुमार जी जहाँ के जनरल सेक्रेटरी हैं, वो इस मंदिर के बारे में और विस्तार से आपको बताएंगे। जय गुरुदेव जी। सबसे पहले आप सभी गुरु भक्तों को जय गुरुदेव। मैं प्रधान गोपाल कृष्ण जी, मल साहब, भोपाल सिंह जाटव जी, मैं विजेंद्र कुमार जनरल सेक्रेटरी, गुरु महाराज की सेवा में हम लोग इस कार्यकारिणी में आए हैं। और मंदिर के इतिहास के बारे में बताना चाहूँगा कि इस मंदिर के अंदर गुरु महाराज के चरण पड़े थे। आज से करीब 600 साल पहले जब सिकंदर लोदी ने गुरु महाराज को तुगलकाबाद चमारवाला जोड़ में गिरफ्तार किया था, फिर गुरु महाराज से दीक्षा ली उन्होंने, तो चित्तौड़ जाते हुए वो 3 दिन तुगलकाबाद रुके। उसके बाद इस स्थान पर उन्होंने अपने चरण रखे। उसके बाद वो चित्तौड़ के लिए निकल गए थे, राजस्थान के लिए। तो जहाँ आज गुरु महाराज की स्वरूप विराजमान है उस स्थान पे साथ में उसके बाद जब गुरु महाराज तो आगे चले गए तो उनके जो शिष्य यहाँ पर रुक गए थे, जिन्हें हम बाबा की कुटिया के नाम से जानते थे पुराने ज़माने में। और फिर उनकी समाधि यहाँ पर बना दी गई थी। बाबा मस्तराम और बाबा बिरखा दास यहाँ समाधि आज भी मौजूद है। और यहाँ पर देश विदेश से लाखों लोग आते हैं। पुराने समय में हमारे लोगों जब यहाँ पे कुछ नहीं था तो यहाँ पे खालसा कॉलेज जो ग्राउंड हुआ करता था, बैलगाड़ी पे यहाँ पे झांकियाँ निकलती थी, गुरु महाराज का जन्मदिवस मनाया जाता था और समाप्त होती थी इसी ऐतिहासिक स्थान पर। इसी ऐतिहासिक स्थान पर 1960 में जब श्री गुरु रविदास टेम्पल ट्रस्ट सोसाइटी की स्थापना की गई, तब से लेकर आज तक गुरु महाराज और का प्रचार पूरे दिल्ली में, दिल्ली से आसपास लोगों के बीच में यह ट्रस्ट करता जा रहा है। समय समय पर दूसरे कार्य भी यहाँ पे होते रहे हैं। पुराने लोगों का जो कारवा था वो आज हम लोग बढ़ा रहे हैं। आज का जो स्वरूप देखते हैं उन्हीं सब गुरु भक्तों की समाज की देन है, जो आज इतने विशाल गुरु घर के रूप में हम देखते हैं। इस कार्य को आगे बढ़ाते हुए आज हमारे प्रधान गोपाल कृष्ण जी इस कार्य को बढ़ा रहे हैं, जिसके अंदर समाज के अंदर गरीब लड़कियों की शादियां होती हैं, एजुकेशन के लिए हम लोग प्रचार प्रसार कर रहे हैं। हॉस्पिटल की तरफ हमारी एक डिस्पेंसरी इस मंदिर में चलती है, चैरिटेबल श्री गुरु रविदास चैरिटेबल डिस्पेंसरी के नाम से, जो गरीब लोगों को दवाइयाँ मुहैया कराती हैं, उनका इलाज होता है। साथ के साथ
और दूसरे कार्यों में हम लगे पड़े हैं कि समाज को जागृत करने के लिए कि कैसे गुरु महाराज की शिक्षा पर चलकर हम लोग आगे बढ़ें और गुरु महाराज का प्रचार प्रसार हो। इस ऐतिहासिक स्थान के बारे में बताएं कि अभी इसी साल सन 2022 के अंदर 16 फरवरी को गुरु महाराज के दर्शन करने, आशीर्वाद लेने देश के भारत के प्रधानमंत्री आदरणीय श्री नरेंद्र मोदी जी इस स्थान पर आए थे और पूरी दुनिया को एक संदेश दिया कि गुरु महाराज के जो बताए गए मार्ग पर चलकर ही बेगमपुरा की स्थापना हो सकती है। आज लोग लाखों भक्त यहाँ पर आते हैं हर साल। जयंती वाले दिन जिस दिन गुरु महाराज का जन्मदिन होता है, जयंती पूरे विश्व में मनाई जाती है श्रद्धापूर्वक। इसी स्थान पर लाखों की संख्या में, कम से कम एक हम लोग संख्या में यहाँ दर्शन करने आते हैं। महीने भर यहाँ पे कीर्तन होता है गुरु महाराज का, जिसमें देश विदेश की संगत भी यहाँ पर आती रहती है। समय समय पर उनका मार्गदर्शन हमें मिलता रहता है। आज इस ऐतिहासिक स्थान के बारे में जितना बताया हमारी तरफ से, हम तो आज की नई पीढ़ी, हमें इतना जानकारी नहीं है, लेकिन जो लोग बताते हैं कि इस स्थान पे आज बहुत से लोगों की मनोकामना पूर्ण होती है, अपनी अपनी श्रद्धा होती है गुरु महाराज का। कि हम लोग जो गुरु महाराज का एक संदेश है, जात पात पूछे न कोई, हरि को बजे सो हरि कोई, उसको लेकर हम लोग आगे बढ़े। आज समाज को एकजुट करने की हम लोग कोशिश कर रहे हैं। प्रधान गोपाल कृष्ण जी दिन रात लगे रहते हैं समाज को एकजुट करने के लिए, एक संदेश देने के लिए। यहाँ पे कोरोना के टाइम पे भी प्रधान जी के नेतृत्व के अंदर गरीब लोगों को खाना बांटा गया, लंगर चलाए गए। जिनको कहीं पे आश्रय नहीं मिलता, प्रधान जी उनके लिए करते। देश विदेश से जो संगत आती है उनके लिए रहने खाने पीने की व्यवस्था करते हैं। एक चीज़ और मैं बताना चाहूँगा। 2019 के अंदर तुगलकाबाद जब आंदोलन चला था तो हमारे प्रधान जी महामंत्री थे, धर्मवीर जी प्रधान थे, हम कार्यकारिणी सदस्य थे। प्रधान जी के नेतृत्व में ही उस आंदोलन को एक यहाँ पे किया गया था कि जितने भी क्रांतिकारी देश विदेश से आएंगे उनके खाने पीने रहने की व्यवस्था इस मंदिर की तरफ से की जाएगी। यहाँ पे हज़ारों की संख्या में क्रांतिकारी आए, उनको खाने पीने रहने की व्यवस्था की गई। रामलीला मैदान के अंदर पानी की व्यवस्था प्रधान जी खुद लेके गए ट्रक के अंदर। साथ ही साथ उस आंदोलन के बाद जो क्रांतिकारी जेल गए उनके लिए, उनके परिवार के लिए जो भी तन मन धन से जो सेवा हो सकती थी, प्रधान जी ने हमेशा आगे बढ़कर उन लोगों की मदद करी। पूरी कार्यकारिणी को आज हम लोग एक टीम के रूप में प्रधान जी के नेतृत्व में आगे बढ़ रहे हैं। और इसी कार्रवाई को हम आगे ले जाने की सभी गुरु भक्तों के सहयोग से हम आशा करते हैं कि आप सबका आशीर्वाद सहयोग हमें मिलता रहे और इसी तरीके गुरु महाराज के जो संदेश है सबको साथ लेकर चलने का, एक नए समाज के बनाने का, उसको हम लेकर चलते रहें। जय गुरुदेव। संगत जी, जनरल सेक्रेटरी साहब ने बहुत ही विस्तार से इस मंदिर के बारे में बात रखी है आपके सामने। मैं फिर उसको दोहरा दूं कि तुगलकाबाद यहाँ गुरु रविदास महाराज जी का बहुत पुरातन मंदिर था। आप लोग सब जानते हैं, उनको 2-3 साल पहले गवर्नमेंट ने टेरिटरी कर दिया था। और वहाँ से गुरु रविदास महाराज जी ने जो दूसरा पढ़ा था वो पोगल में किया था। वहाँ भी हम लोग गए थे, बहुत विशाल मंदिर है। और पोगल के बाद इस स्थान में देवनगर में गुरु महाराज जी ने विश्राम किया था, इसलिए इस मंदिर का नाम श्री गुरु रविदास विश्राम धाम रखा गया है। और इस मंदिर में मैं भी समय समय पर आता रहता हूँ। जो जहाँ पिछले कोविड के समय में भी इन लोगों ने बहुत लंगर की व्यवस्था करी, लोगों के ठहरने की व्यवस्था करी, दवाइयों की व्यवस्था करी। और जहाँ एक डिस्पेंसरी भी चल रही है जो गरीब लोगों के लिए है। और सबसे एक बड़ी बात है कि साल में एक दफ़ा ये जो गरीब बच्चे हैं उनका ब्याह शादी का भी अरेंजमेंट करते हैं। और ये एक बहुत पुण्य का काम है। और जो समाज में ऐसे गरीब बच्चों के लिए ये काम करते हैं। और वैसे भी मैं देखता हूँ समय समय पर लंगर की व्यवस्था करना, लोगों को ठहरने की व्यवस्था करना, ये रात दिन तत्पर रहते हैं इन ये काम करने के लिए। और ये बधाई के पात्र हैं जहाँ के प्रधान जी गोपाल कृष्ण जी और ये अपने बजेंद्र कुमार जी, भोपाल सिंह जी जाटव और बाकी भी जितने साथी इनके कमेटी के सारे बधाई के पात्र हैं। गोपाल कृष्ण जी भी आपको इस मंदिर के बारे में बधाई देंगे, जहाँ को बात करेंगे। गोपाल कृष्ण जी। जय गुरुदेव साथियों, मैं गोपाल कृष्ण गुरु रविदास विश्राम धाम मंदिर का प्रेसिडेंट होने के नाते सारे हिंदुस्तान और सारे वर्ल्ड में जो गुरु जी की वाणियाँ का प्रचार प्रसार हो रहा है, आप लोगों को मैं बधाई देना चाहता हूँ। और
और हम पूरे जो है वर्ल्ड से जो काशी बनारस जाते हैं उनसे भी मेरा आग्रह है कि वो गुरु रविदास विश्राम धाम मंदिर आए और गुरु जी के दर्शन करें और उनके आशीर्वाद लें। जय गुरुदेव, धन गुरुदेव साहब। दिल्ली या पुरानी दिल्ली रेलवे स्टेशन से ज़्यादा दूर नहीं है, मेरे ख्याल 5-10 किलोमीटर ही है, और जहाँ ठहरने की भी व्यवस्था है। कोई भी संगत जहाँ आकर ठहर सकती है। जब भी कभी दिल्ली आने का मौका मिलता है या बाहर विदेश जाने का है तो दिल्ली होकर ही सारे जाते हैं, तो जहाँ आकर दर्शन गुरु महाराज का कर सकती है। तो अभी और मेरे साथ जो प्रचार मंत्री है भोपाल सिंह जाटव जी, वो भी 2 मिनट आपके साथ बात रखेंगे। जय गुरुदेव। आज का करोल बाग के ऐतिहासिक श्री गुरु रविदास विश्राम धाम मंदिर में हम सौभाग्यशाली हैं कि गुरु महाराज के चिंतक फॉलोअर आदरणीय FC मल साहब गुरु जी के ऊपर डॉक्यूमेंट्री बनाने के लिए हमारे मंदिर को चुना। आप उनका अभिनंदन करते हैं, पूरी कमेटी। इस बीच मौके पर प्रधान श्री गोपाल कृष्ण जी, महामंत्री विजेंद्र कुमार जी, एक हमारे गुरु भक्त आए हुए दीपक इंगोरानी जी। जैसे कि बताया कि गुरु जी कहते थे छोट बड़े सब, जो बेगमपुरा की उनका चिंतन था, उसी को आगे लक्ष्य करते हुए हमारे आदरणीय प्रधान गोपाल कृष्ण जी चले हुए हैं। जब महामंत्री थे उन्हीं के सानिध्य में हमारे मंदिर ने काफ़ी रचनात्मक कार्य शुरुआत आरंभ किए थे। जब डिस्पेंसरी हैं, गुरु रविदास भवन बनाया, इस तरह से जो बनाया है, और आज विशाल रूप इस मंदिर को जो दिया गया है, हमारे पूर्व प्रधान आदरणीय धर्मवीर जी, वर्तमान प्रधान हमारे गोपाल कृष्ण जी के सानिध्य में चल रहा है। परमार्थ के काम हमारे हर रोज़ की तरह यहाँ चालू रहते हैं, चलते रहते हैं। मैं फिर से शुभकामनाएं देता हूँ, अभिनंदन करता हूँ मल साहब का। जय गुरुदेव, धन गुरुदेव। भेट मिलो जन करना मिलावा, मोहे ना मोहे ना मोहे ना विसारो, मैं जन तेरा 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 मोहे ना विसारो, मैं जन तेरा। राम गुसैया जी के जीवना, 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 राम गुसैया जी के जीवना। मोहे ना मोहे ना मोहे ना विसारो, मैं जन तेरा 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 मोहे ना विसारो, मैं जन तेरा। हाँ, गुरु प्यारी साध संगत जी, ਗੁਰੂ ਘਰ ਗੁਰੂ ਰਵਿਦਾਸ ਮੰਦਰਾਂ ਦੇ ਦਰਸ਼ਨ ਕਰਦੇ ਹੋਏ ਦਿੱਲੀ ਵਿਖੇ ਅੱਜ ਅਸੀਂ ਕਰੋਲ ਬਾਗ ਅੰਮ੍ਰਿਤ ਕੌਰ ਪੁਰੀ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰੇ ਪਹੁੰਚੇ ਹਾਂ। ਇਹ ਬਹੁਤ ਹੀ ਪੁਰਾਤਨ ਗੁਰਦੁਆਰਾ ਹੈ। ਮੈਨੂੰ ਜਿੱਥੋਂ ਤੱਕ ਇਸ ਗੁਰਦੁਆਰੇ ਦਾ ਇਤਿਹਾਸ ਪਤਾ ਹੈ ਕਿ ਦੇਵਨਗਰ, ਜਿੱਥੋਂ ਕਿ ਆਪਾਂ ਹੁਣੇ ਆਏ ਹਾਂ, ਉਸ ਮੰਦਰ ਤੋਂ ਬਾਅਦ ਜਿੰਨੇ ਪੰਜਾਬ ਤੋਂ ਲੋਕੀ ਨੌਕਰੀ ਪੇਸ਼ੇ ਵਿੱਚ ਦਿੱਲੀ ਆਏ,
ਉਹ ਸਭ ਤੋਂ ਪਹਿਲਾਂ ਇੱਥੇ ਰੈਗੜਪੁਰਾ ਮੁਹੱਲੇ ਵਿੱਚ ਹੀ 2-2 4-4 ਜਣੇ ਮਿਲ ਕੇ ਰਹਿੰਦੇ ਰਹੇ ਔਰ ਉਹਨਾਂ ਨੇ ਪੰਜਾਬੀਆਂ ਨੇ ਮਿਲ ਕੇ ਦੇਖਿਆ ਵੀ ਆਪਣਾ ਕੋਈ ਗੁਰੂ ਘਰ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ 1961 ਵਿੱਚ ਇਹ ਗੁਰੂ ਘਰ ਬਣਾਇਆ। ਅਤੇ ਮੈਨੂੰ ਪੁਰਾਣੇ ਬੰਦੇ ਜਦੋਂ ਮਿਲਦੇ ਹੁੰਦੇ ਉਹ ਦੱਸਦੇ ਹੁੰਦੇ ਆ ਕਿ ਸਾਰੀਆਂ ਲੇਡੀਜ਼ ਨੇ ਦਿਨੇ ਇੱਥੇ ਕੰਮ ਕਰਨਾ, ਮਿੱਟੀ ਢੋ ਕੇ, ਇੱਟਾਂ ਢੋ ਕੇ ਸਾਰਿਆਂ ਨੇ ਕੰਮ ਕੀਤਾ ਔਰ ਇੱਕ ਦੂਜੇ ਦੇ ਨਾਲ ਪਿੰਡਾਂ ਤੱਕ ਰਿਸ਼ਤੇਦਾਰੀਆਂ ਸੀ, ਇੱਕ ਦੂਜੇ ਨੂੰ ਜਾਣਦੇ ਸਨ, ਬੀਬੀਆਂ ਵੀ ਅਤੇ ਭਾਈ ਵੀ। ਅਤੇ ਉਹਨਾਂ ਨੇ ਇਹ ਆਪਣਾ ਸਮਾਜ ਲਈ ਇਹ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਅੰਮ੍ਰਿਤ ਕੌਰਪੁਰੀ ਕਰੋਲ ਬਾਗ ਵਿਖੇ ਸਥਾਪਿਤ ਕਰ ਦਿੱਤਾ। ਅਤੇ ਉਸ ਤੋਂ ਬਾਅਦ ਬਾਕੀ ਸਾਰਿਆਂ ਨੂੰ ਫਿਰ ਕੁਆਟਰ ਮਿਲ ਗਏ, ਕਿਸੇ ਨੂੰ ਮੋਤੀ ਬਾਗ, ਕਿਸੇ ਨੂੰ ਨਾਨਕਪੁਰੇ, ਕਿਸੇ ਨੂੰ ਆਰਕੇਪੁਰਮ, ਕਿਸੇ ਨੂੰ ਸਰੋਜਨੀ ਨਗਰ, ਅਤੇ ਉਹ ਦੂਰ ਦੂਰ ਚਲੇ ਗਏ। ਅਤੇ ਹੁਣ ਵੀ ਬਹੁਤ ਸਾਰੇ ਰਿਟਾਇਰ ਹੋ ਕੇ ਦੂਰ ਦੂਰ ਚਲੇ ਗਏ ਹਨ, 2-4 ਘਰ ਇੱਥੇ ਰਹਿੰਦੇ ਹਨ। ਪਰ ਇਹ ਗੁਰਦੁਆਰਾ ਜਿਹੜਾ ਐਸਟੈਬਲਿਸ਼ ਕਰ ਗਿਆ ਇੱਥੇ ਹਰ ਸੰਡੇ ਨੂੰ, ਹਰ ਸੰਗਰਾਂਦ ਨੂੰ, ਅੱਜ ਵੀ ਸੰਗਰਾਂਦ ਹੈ, ਪੋਹ ਦਾ ਮਹੀਨਾ ਚੜ੍ਹਿਆ ਹੈ, ਅੱਜ ਸੰਗਰਾਂਦ ਹੈਗਾ ਦਸੰਬਰ ਦੀ 16 ਤਰੀਕ ਦੀ, 16 ਦਸੰਬਰ ਦੀ। ਅਤੇ ਇੱਥੇ ਲੰਗਰ ਵੀ ਚੱਲਦਾ ਰਹਿੰਦਾ ਹੈ, ਪ੍ਰੋਗਰਾਮ ਹੁੰਦਾ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਭਾਈ ਸਾਹਿਬ ਰੱਖੇ ਹੋਏ ਹਨ। ਅਤੇ ਮੇਰੇ ਨਾਲ ਬੈਠੇ ਹਨ ਗੁਰਦਿਆਲ ਲਾਲੀ ਜੀ, ਇਹ ਪਿੱਛੋਂ ਬਾਠਾ ਪਿੰਡ ਤੋਂ ਹਨ ਔਰ ਸੈਂਟਰਲ ਕਮੇਟੀ ਦੇ ਪ੍ਰਧਾਨ ਹਨ ਔਰ ਇਸ ਗੁਰੂ ਰਵਿਦਾਸ ਗੁਰਦੁਆਰਾ ਅੰਮ੍ਰਿਤ ਕੌਰਪੁਰੀ ਦੇ ਇਹ ਜਨਰਲ ਸੈਕਟਰੀ ਹਨ। ਇਹ ਵੀ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਔਰ ਇਸ ਗੁਰੂ ਘਰ ਬਾਰੇ ਦੱਸਣਗੇ ਵੀ ਕਦੋਂ ਦਾ ਬਣਿਆ ਹੋਇਆ, ਕਿਉਂਕਿ ਇਹਨਾਂ ਦੇ ਪਿਤਾ ਜੀ ਸੁਰਗਵਾਸ ਹੋ ਗਏ, ਪਰ ਉਹਨਾਂ ਦੀ ਇਹ ਸੰਬੰਧ ਗੁਰਦੁਆਰੇ ਲਈ ਬਹੁਤ ਦੇਣ ਹੈ, ਇਹਨਾਂ ਦੇ ਮਾਤਾ ਜੀ ਦੀ, ਇਹਨਾਂ ਦੇ ਪਿਤਾ ਜੀ ਦੀ, ਅਤੇ ਹੋਰ ਵੀ ਜਿੰਨੇ ਉਹਨਾਂ ਦੇ ਇੱਥੇ ਸਾਥੀ ਸਨ, ਲਛਮਣ ਦਾਸ ਟੂਰਾ ਜੀ, ਉਹਨਾਂ ਦਾ ਬਹੁਤ ਯੋਗਦਾਨ ਹਨ। ਅਤੇ ਹੋਰ ਇੱਥੇ ਪ੍ਰਧਾਨ ਰਹੇ ਹਨ ਜਿੰਨੇ ਵੀ ਇਹ ਉਹਨਾਂ ਬਾਰੇ ਜਾਣਕਾਰੀ ਦੇਣਗੇ। ਗੁਰਦਿਆਲ ਲਾਲੀ ਜੀ। ਜੈ ਗੁਰਦੇਵ ਜੀ। ਸਾਡਾ ਗੁਰੂ ਘਰ ਸੰਨ 1961 'ਚ ਸਾਡੇ ਜਿਹੜੇ ਪੰਜਾਬ ਤੋਂ ਆਏ ਪੰਜਾਬੀ ਸਾਡੇ ਬਜ਼ੁਰਗਾਂ ਨੇ ਇਸ ਗੁਰੂ ਸਥਾਨ ਦਿੱਲੀ ਦਾ ਸਭ ਤੋਂ ਪਹਿਲਾ ਗੁਰੂ ਘਰ ਬਣਾਇਆ। ਇਹ ਸਾਡੇ ਇੱਥੇ ਜਿਹੜੇ ਕਮੇਟੀ ਆ ਉਹ ਹਰ ਮਹੀਨੇ, ਹਰ ਹਫਤੇ ਇੱਥੇ ਕੋਈ ਨਾ ਕੋਈ ਲੰਗਰ ਜਾਂ ਖੀਰ ਹਰ ਸੰਡੇ ਨੂੰ ਇੱਥੇ ਉਹਦਾ ਭੰਡਾਰਾ ਹੁੰਦਾ ਹੈ। ਉਹ ਜਿਹੜੀ ਗੱਲ ਹੈ, ਇਹ ਗੁਰੂ ਘਰ ਜਦ ਬਣਿਆ ਸੀਗਾ ਉਹ ਤੋਂ ਸਾਡੇ LD ਟੂਰਾ ਸਾਹਿਬ ਪ੍ਰਧਾਨ ਜੀ ਰਹੇ ਨੇ, ਉਹ ਤੋਂ ਬਾਅਦ MR ਬਾਲੀ ਜੀ ਰਹੇ ਨੇ, ਉਸ ਤੋਂ ਬਾਅਦ ਸਰਨਜੀਤ ਸਿੰਘ ਮਹਿਮੀ ਪ੍ਰਧਾਨ ਜੀ ਰਹੇ ਨੇ। ਉਹਨਾਂ ਦੀ ਬਾਲੀ ਜੀ ਦੇ, ਸਰਨਜੀਤ ਮਹਿਮੀ ਜੀ ਦੀ ਉਹਨਾਂ ਦੀ ਡੈਥ ਹੋ ਗਈ। ਉਹਨਾਂ ਤੋਂ ਬਾਅਦ ਆਪਣਾ ਤਰਲੋਕ ਸਿੰਘ ਬੰਗੜ ਜੀ ਇਸ ਟਾਈਮ ਮੌਜੂਦਾ ਪ੍ਰਧਾਨ ਹੈ। ਮੈਂ ਜਨਰਲ ਸੈਕਟਰੀ ਹਾਂ। ਗੁਰਦਿਆਲ ਲਾਲੀ ਔਰ ਸੁਰਿੰਦਰ ਸਿੰਘ ਮਹਿਮੀ ਇੱਥੇ ਕੈਸ਼ੀਅਰ ਹੈ। ਕੁਲਦੀਪ ਸਿੰਘ ਬੰਧਨ ਉਹ ਸੈਕਟਰੀ ਆ। ਇਸ ਗੁਰੂ ਘਰ ਦੇ ਵਿੱਚ ਅਸੀਂ ਹੈਗੇ ਸੇਵਾ ਕਰ ਰਹੇ ਹਾਂ। ਜੋ ਮਹਾਰਾਜ ਜੀ ਦਾ ਹੁਕਮ ਹੈ, ਜਿੰਨੀ ਸੇਵਾ ਹੁੰਦੀ ਹੈ ਅਸੀਂ ਕਰਦੇ ਹਾਂ। ਸਾਰੀ ਸੰਗਤ ਇੱਥੇ ਪਹਿਲਾਂ ਪੂਰੀ ਦਿੱਲੀ, ਇੱਥੇ ਸਾਡੇ ਪੰਜਾਬੀ, ਸਾਡੇ ਬਜ਼ੁਰਗ ਮਲ ਸਾਹਿਬ ਵੀ ਇੱਥੇ ਰਹੇ, ਇਹਨਾਂ ਦਾ ਵੀ ਪੂਰਾ ਸਹਿਯੋਗ ਰਿਹਾ। ਪੂਰੀ ਦਿੱਲੀ ਦੇ ਪੰਜਾਬੀਆਂ ਦਾ ਸਾਰੇ ਇੱਥੇ ਆਉਂਦੇ ਸੀਗੇ। ਹੁਣ ਇੱਥੋਂ ਦੀ ਜਿੱਦਾਂ ਜਿੱਦਾਂ ਨੌਕਰੀਆਂ 'ਤੇ ਸੀ ਸਰਕਾਰੀ, ਉਹਨਾਂ ਨੂੰ ਫਲੈਟ ਮਿਲ ਗਏ, ਉਸ ਤਰ੍ਹਾਂ ਉਹ ਸਾਰੇ ਦੂਸਰੇ ਸਥਾਨਾਂ 'ਤੇ ਚਲੇ ਗਏ। ਅੱਜ ਇੱਥੇ ਸੰਗਰਾਂਦ ਸੀਗੀ ਔਰ 16 ਦਸੰਬਰ ਪੋਹ ਦਾ ਮਹੀਨਾ ਸਵੇਰੇ ਇੱਥੇ ਭੰਡਾਰਾ ਕੀਤਾ ਗਿਆ ਸੀਗਾ। ਗੁਰੂ ਘਰ ਦੀ ਸੇਵਾ ਕਰ ਰਹੇ ਹਾਂ। ਹੋਰ ਅੱਗੇ ਵੀ ਜੋ ਵੀ ਸੇਵਾ ਸਾਨੂੰ ਮਿਲੇਗੀ ਦਿੱਲੀ 'ਚ ਵੀ, ਉਹ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਜੈ ਗੁਰਦੇਵ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਗੁਰਦਿਆਲ ਲਾਲੀ ਜੀ, ਪ੍ਰਧਾਨ ਸੈਂਟਰਲ ਕਮੇਟੀ ਦੇ ਔਰ ਇਸ ਗੁਰੂ ਘਰ ਵਿਖੇ ਜਨਰਲ ਸੈਕਟਰੀ ਹਨ। ਬਹੁਤ ਹੀ ਵਿਸਤਾਰ ਨਾਲ ਉਹਨਾਂ ਨੇ ਇਸ ਗੁਰੂ ਘਰ ਬਾਰੇ ਦੱਸਿਆ। ਗੁਰਦਿਆਲ ਜੀ, ਤੁਸੀਂ ਵਧਾਈ ਦੇ ਪਾਤਰ ਹੋ, ਤੁਹਾਡੀ ਸਾਰੀ ਟੀਮ, ਕਿਉਂਕਿ ਤੁਸੀਂ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇਹ ਗੁਰਦੁਆਰਾ ਬਣਾਇਆ ਹੈ। ਮਹਾਰਾਜ ਦਾ ਪ੍ਰਕਾਸ਼ ਬਹੁਤ ਸੁਚੱਜੇ ਢੰਗ ਦੇ ਨਾਲ ਕੀਤਾ ਹੈ। ਅੱਜ ਪੋਹ ਮਹੀਨੇ ਦੀ ਸੰਗਰਾਂਦ ਸੀ, ਤੁਸੀਂ ਸਵੇਰ ਤੋਂ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਹੈ ਔਰ ਉੱਪਰ ਵੀ ਮੈਂ ਦੇਖ ਕੇ ਆਇਆ ਕਿ ਉੱਪਰ ਵੀ ਪਹਿਲੀ ਮੰਜ਼ਿਲ ਦੀ ਵੀ ਬਣਾ ਰਹੇ ਹਨ। ਗੁਰੂ ਮਹਾਰਾਜ ਤੁਹਾਡੇ 'ਤੇ ਕਿਰਪਾ ਕਰੇ, ਤੁਹਾਨੂੰ ਬਲ ਦੇਵੇ ਔਰ ਆਉਣ ਵਾਲੇ ਸਮੇਂ ਵਿੱਚ ਉਹ ਵੀ ਜਲਦੀ ਕੰਪਲੀਟ ਹੋ ਕੇ, ਕਿਉਂਕਿ ਇਹ ਬਹੁਤ ਪ੍ਰਾਈਮ ਜਗ੍ਹਾ ਹੈ।
ਸੈਂਟਰਲ ਪਲੇਸ ਹੈ। ਦਿੱਲੀ, ਪੁਰਾਣੀ ਦਿੱਲੀ ਦਾ ਇਹ ਦਿਲ ਹੈ। ਇਹ ਬਹੁਤ ਵਧੀਆ ਹੈ। ਇੱਥੇ ਕੋਈ ਵੀ ਜਦੋਂ ਕੋਈ ਬੰਦਾ ਦਿੱਲੀ ਆਉਂਦਾ ਹੈ ਅਤੇ ਉਹ ਇੱਥੇ ਆ ਕੇ ਦਰਸ਼ਨ ਕਰ ਸਕਦਾ ਹੈ। ਔਰ ਜਿੰਨੇ ਪੁਰਾਣੇ ਬੰਦੇ ਪੰਜਾਬ ਤੋਂ ਆਏ ਤਕਰੀਬਨ ਸਾਰਿਆਂ ਦੀ ਇਸ ਮੰਦਰ ਲਈ ਕੰਟਰੀਬਿਊਸ਼ਨ ਹੈ। ਹੁਣ ਉਹ ਚਾਹੇ ਕੋਈ ਰਿਹਾ ਜਾਂ ਨਹੀਂ ਰਿਹਾ, ਰਿਟਾਇਰ ਹੋ ਗਏ, ਦੂਰ ਦੂਰ ਚਲੇ ਗਏ, ਪਰ ਹਾਲੇ ਵੀ ਉਹਨਾਂ ਦੇ ਬੱਚੇ ਜਾਂ ਉਹ ਇਸ ਮੰਦਰ ਜਦੋਂ ਕੋਈ ਪ੍ਰੋਗਰਾਮ ਹੁੰਦਾ ਤਾਂ ਨਤਮਸਤਕ ਹੋਣ ਲਈ ਆਉਂਦੇ ਹਨ। ਜੈ ਗੁਰਦੇਵ, ਧੰਨ ਗੁਰਦੇਵ। ਵਾਈਟ ਡੇ ਹੈ ਕਿਉਂਕਿ ਅੱਜ ਇੱਥੇ ਕੋਈ ਪ੍ਰੋਗਰਾਮ ਨਹੀਂ ਹੈ। ਅਸੀਂ ਸਿਰਫ ਇਸ ਗੁਰੂ ਘਰ ਦੀ ਡਾਕੂਮੈਂਟਰੀ ਬਣਾਉਣ ਲਈ ਇੱਥੇ ਆਏ ਸੀਗੇ। ਇਸ ਕਰਕੇ ਸੰਗਤ ਵੀ ਅੱਜ ਨਹੀਂ ਮਿਲੀ, ਪ੍ਰਧਾਨ ਜੀ ਮਿਲੇ ਹਨ ਅਤੇ ਬਹੁਤ ਹੀ ਵਧੀਆ ਲੱਗਾ ਹੈ ਸਾਡਾ ਵੀ ਇਹਨਾਂ ਨੇ ਬੜੀ ਆਓ ਭਗਤ ਕੀਤੀ ਹੈ। ਔਰ ਮੈਨੂੰ ਤਾਂ ਉੱਦਾਂ ਦੇਖ ਕੇ ਬਹੁਤ ਖੁਸ਼ੀ ਹੋ ਜਾਂਦੀ ਹੈ ਕਿ ਬਹੁਤ ਸੁਚੱਜੇ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਕਾਸ਼ ਕਰਕੇ ਇਹਨਾਂ ਨੇ ਇੱਥੇ ਗ੍ਰੰਥੀ ਸਾਹਿਬ ਵੀ ਰੱਖਿਆ ਹੋਇਆ ਔਰ ਕੰਮ ਕਰ ਰਹੇ ਹਨ। ਜੈ ਗੁਰਦੇਵ, ਧੰਨ ਗੁਰਦੇਵ। ਸੀਗੇ ਅੰਮ੍ਰਿਤ ਕੌਰਪੁਰੀ ਗੁਰੂ ਰਵਿਦਾਸ ਗੁਰਦੁਆਰਾ ਹੈ, ਉਹ ਉੱਥੇ ਦੇ ਫਾਊਂਡਰ ਮੈਂਬਰ ਵੀ ਹਨ। ਉਹ ਇਹਨਾਂ ਦੀ ਹੀ ਦੇਣ ਹੈ। ਹਾਲੇ ਵੀ ਉੱਥੇ ਸਟੇਟ ਸੈਕਟਰੀ ਹੁੰਦੇ ਹਨ ਔਰ ਉੱਥੋਂ ਜਿੰਨੇ ਪੁਰਾਣੇ ਬੰਦੇ ਸੀ ਉਹ ਕਈ ਉੱਥੋਂ ਸ਼ਿਫਟ ਕਰ ਗਏ, ਕਈਆਂ ਦੀ ਡੈਥ ਹੋ ਗਈ ਔਰ ਹਾਲੇ ਵੀ ਉਸ ਮੰਦਰ ਦੀ ਉਸਾਰੀ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ। ਆਓ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸ਼੍ਰੀ ਲਛਮਣ ਦਾਸ ਟੂਰਾ ਜੀ, ਪਿੱਛੋਂ ਪਿੰਡ ਇਹਨਾਂ ਦਾ ਨਰੂੜ ਹੈ, ਨਰੂੜ ਪਾਸਟਾ ਦੇ ਕੋਲ, ਅਤੇ ਇਹ ਸਾਰੀ ਆਪਣੇ ਜਿੰਨੇ ਵੀ ਗੁਰੂ ਘਰ ਦਿੱਲੀ ਦੇ ਵਿੱਚ ਹਨ, ਕਰੋਲ ਬਾਗ, ਦੇਵਨਗਰ ਤੋਂ ਲੈ ਕੇ ਗੋਬਿੰਦਪੁਰੀ, ਆਰ ਕੇ ਪੁਰਮ, ਨਾਨਕਪੁਰਾ, ਮੋਤੀ ਬਾਗ, ਸੰਤਗੜ੍ਹ, ਮੰਗੋਲਪੁਰੀ, ਸੁਦਰਸ਼ਨ ਪਾਰਕ, ਸਾਰੇ ਗੁਰਦੁਆਰਿਆਂ ਬਾਰੇ ਇਹਨਾਂ ਨੂੰ ਬਹੁਤ ਗਿਆਨ ਹੈ। ਇਹ ਉਹਨਾਂ ਦਾ ਵਿਸਤਾਰ ਨਾਲ ਆਪਾਂ ਨੂੰ 15-20 ਮਿੰਟ ਲਈ ਦੱਸਣਗੇ ਕਿ ਇਹ ਗੁਰੂ ਘਰ ਕਿੱਦਾਂ ਬਣੇ, ਕੌਣ ਕੌਣ ਇੱਥੇ ਪੁਰਾਣੇ ਬੰਦੇ ਸਨ, ਕੀ ਉਹਨਾਂ ਨੇ ਕੰਮ ਕੀਤਾ ਔਰ ਉਹਨਾਂ ਦੇ ਲਾਏ ਹੋਏ ਬੂਟਿਆਂ ਦਾ ਫਲ ਅਸੀਂ ਅੱਜ ਮਾਣ ਰਹੇ ਹਾਂ। FC ਬਾਲ ਸਾਹਿਬ ਨੇ ਅੱਜ ਫੋਨ ਕੀਤਾ ਕਿ ਮੈਂ ਤੁਹਾਡੇ ਕੋਲ ਆ ਕੇ, ਕਿਉਂਕਿ ਦਿੱਲੀ ਦੇ ਵਿੱਚ ਤਕਰੀਬਨ ਬਹੁਤ ਪੁਰਾਣੇ ਅਸੀਂ ਆਦਮੀ ਰਹੇ ਹਾਂ ਅਤੇ ਦਿੱਲੀ ਦੇ ਗੁਰਦੁਆਰੇ ਦੀ ਕਿਸ ਤਰ੍ਹਾਂ ਇੱਥੋਂ ਸਾਰੀ ਸ਼ੁਰੂ ਹੋਈ, ਕਿਸ ਤਰ੍ਹਾਂ ਗੁਰੂ ਰਵਿਦਾਸ ਮਹਾਰਾਜ ਦੇ ਉਹਨਾਂ ਦੇ ਪੁਰਬ ਮਨਾਉਂਦੇ ਰਹੇ, ਉਹਨਾਂ ਵਾਸਤੇ ਇਤਿਹਾਸ ਵਾਸਤੇ ਮੈਨੂੰ ਪੁੱਛਣ ਆਏ। ਮੁਕਤੀ ਹੁਣ ਗੁਰਦੁਆਰੇ ਦੀ ਗੱਲ, ਜਦੋਂ ਮੈਂ ਆਇਆ ਉਸ ਤੋਂ ਬਾਅਦ ਸਾਡੇ ਆਪਣੇ ਸਮਾਜ ਦੇ ਲੋਕ ਪੰਜਾਬ ਦੇ ਜਿਹੜੇ ਸੀ ਉਹ ਤਕਰੀਬਨ ਦੇਵਨਗਰ ਰਹਿੰਦੇ ਸੀ। ਦੇਵਨਗਰ ਤਾਂ ਰਗੜ ਪਰੇ, ਕਿਉਂਕਿ ਹੋਰ ਸਾਡੇ ਸਮਾਜ ਦੇ ਲੋਕਾਂ ਨੂੰ ਮਕਾਨ ਨਹੀਂ ਸੀ ਦਿੰਦੇ ਹੁੰਦੇ ਸੀ। ਤਾਂ ਉਹਨਾਂ ਦਿਨਾਂ ਦੇ ਵਿੱਚ ਸਾਤੋਂ ਜੇ ਸੀਨੀਅਰ ਆਦਮੀ ਸੀ, ਉਹਨਾਂ ਦੇ ਵਿੱਚ ਸੀ ਪਾਖਰਾਵਾ ਹੀਰ ਸੀਗਾ, ਨਾਂ ਨਹੀਂ ਚਾਹੁੰਦੇ ਤੁਸੀਂ, ਡਾਕਟਰ ਅੰਬੇਦਕਰ ਦੇ ਨਾਂ ਰਿਹਾ, ਉਹਦਾ ਪਾਪ ਭਗਤ ਰਾਮ ਸੀ, ਇੱਕ ਸੀ ਭਗਤ ਸਿੰਘ ਪੁਰ ਹੀਰਾ ਦਾ ਸੀਗਾ, ਇੱਕ ਬਾਖੀਰਾ ਬੁੱਢਾ ਸੀ, ਹੋਰ ਦੂਸਰਾ ਰਾਮ ਰਤਾ ਗਗਰ, ਰਾਮ ਰਤਾ ਹੀਰ ਸੀ, ਹੋਰ ਕਈ ਸਾਰੇ ਪੁਰਾਣੇ ਆਦਮੀ ਸੀ। ਇਹ ਪੰਜਾਬ ਤੋਂ ਜਦੋਂ ਆਏ ਸੀ, ਇਹਨਾਂ ਨੇ ਫਿਰ ਇਹਨਾਂ ਦੇ ਦਿਲ ਦੇ ਵਿੱਚ ਉਤਸ਼ਾਹ ਸੀ, ਚਲੋ ਰਵਿਦਾਸ ਮਹਾਰਾਜ ਦਾ, ਇਹ ਰਵਿਦਾਸ ਮਹਾਰਾਜ ਦਾ ਜਨਮ ਦਿਨ ਇਹਨਾਂ ਨੇ ਇੱਥੇ ਦੇਵਨਗਰ ਬਣਾਉਣਾ ਸ਼ੁਰੂ ਕੀਤਾ। ਉਹ ਕਿੱਥੇ ਕੀਤਾ? ਜਿੱਥੇ ਦੇਵਨਗਰ ਉੱਥੇ ਮੰਦਰ, ਉੱਥੋਂ ਹੈ ਦੇਵਨਗਰ ਮੰਦਰ ਤੋਂ ਇਹਨਾਂ ਨੇ ਪ੍ਰੋਸੈਸ਼ਨ ਕੱਢਣਾ ਸ਼ੁਰੂ ਕੀਤਾ। ਇਹ ਕਰੋਲ ਬਾਗ ਦੇ ਵਿੱਚ ਕੱਢਦੇ ਹੁੰਦੇ, ਇੱਥੇ ਸਮਾਪਤ ਕਰਦੇ ਸੀ। ਉਸ ਵੇਲੇ ਸ਼ਡਿਊਲਡ ਕਾਸਟ ਵੈਲਫੇਅਰ ਐਸੋਸੀਏਸ਼ਨ ਉਹਦੇ 'ਚ, ਉਹ ਤੋਂ ਬਾਅਦ ਫਿਰ ਕੁਛ ਅਸੀਂ ਜਿਹੜੇ ਸੀ, ਮੇਰੇ ਨਾਲ ਬੰਤਾ ਰਾਮ ਕਿਹੜਾ ਸੀ, ਚੰਨਣ ਸਿੰਘ ਮੰਦਰ ਦੇ, ਦੌਲਤ ਰਾਮ ਬੰਦਰ ਸੀ, ਹੋਰ ਕਈ ਸੱਜਣ ਐਸੇ ਜਿਨ੍ਹਾਂ ਦੇ ਨਾਂ ਤਾਂ ਮੈਂ ਸਾਰਿਆਂ ਨੂੰ ਜਾਣਦਾ ਪਰ ਦੱਸਣ ਦਾ ਟਾਈਮ ਨਹੀਂ ਹੈ। ਤਾਂ ਸਾਰੇ ਅਸੀਂ ਫਿਰ ਇੱਕ ਸ਼ਡਿਊਲਡ ਕਾਸਟ ਅਪਲਿਫਟ ਯੂਨੀਅਨ ਬਣਾਈ। ਅਪਲਿਫਟ ਯੂਨੀਅਨ ਬਣਾਈ ਤਾਂ ਫਿਰ ਅਸੀਂ ਜਿਹੜਾ ਰੈੱਡ ਫੋਰਟ ਤੋਂ ਹੁਣ ਸ਼ੋਭਾ ਯਾਤਰਾ ਨਿਕਲਦੀ, ਇਸ ਦਾ ਲਾਇਸੈਂਸ ਅਸੀਂ ਸ਼ਡਿਊਲਡ ਕਾਸਟ ਅਪਲਿਫਟ ਯੂਨੀਅਨ ਦੇ ਨਾਂ 'ਤੇ ਅਸੀਂ ਲਿਆ ਸੀਗਾ। ਇਹ ਪਹਿਲਾਂ ਅਸੀਂ ਸਾਨੂੰ 1950 'ਤੇ ਰੈੱਡ ਫੋਰਟ ਤੋਂ ਅਸੀਂ ਇੱਕ ਟਰੱਕ ਦੇ ਉੱਤੇ ਇਹ ਜਲੂਸ ਕੱਢਿਆ, ਤੁਰ ਕੇ ਆਉਂਦੇ ਸੀ ਅਸੀਂ ਜਲਾਨੇ ਅਸੀਂ, ਇਹਨਾਂ ਕੋਈ ਹੋਰ ਕਨਵੈਂਸ ਸੀ। ਆਉਣਾ ਕਿੱਥੇ, ਸਾਰੇ ਆ ਕੇ ਕਰੋਲ ਬਾਗ ਸਾਰੇ ਘੁੰਮਾ ਕੇ ਫਿਰ ਉਹ ਜਿਹੜਾ ਪ੍ਰੋਸੈਸ਼ਨ ਸੀ ਦੇਵਨਗਰ, ਉੱਥੇ ਅਸੀਂ ਸਮਾਪਤ ਕਰਦੇ ਹੁੰਦੇ ਸੀ। ਇਹ ਸੀ। ਇਸ ਤੋਂ ਬਾਅਦ ਜਦੋਂ ਇਹ ਇੱਥੇ ਸਾਰੇ ਸਕਤੇ ਇੱਥੇ ਭੇਜੇ ਤਾਂ ਦੂਸਰੇ ਆਪਣੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਵੀ 2 ਦਫਾ ਇੱਥੇ ਆਏ ਆ। ਉਸ ਵੇਲੇ ਅਸੀਂ ਜਿਹੜਾ ਸੀ ਆਪਣਾ
ਕਰਦੇ ਸੀ ਪ੍ਰੋਗਰਾਮ ਸੀ ਉਹ ਆ ਖਾਲਸਾ ਕਾਲਜ ਲੈਲ ਪੰਜ ਆ ਜਾ ਖਾਲਸਾ ਕਾਲਜ ਦੇ ਉਸ ਵੇਲੇ ਕੁਛ ਨਹੀਂ ਹੁੰਦਾ ਉੱਥੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਉਸ ਵੇਲੇ 2 ਦਫਾ ਜਨਮ ਤੇ ਇੱਕ ਉੱਥੇ ਤੇ ਉੱਥੇ ਉਹ ਹੈ ਤੇ ਅਸੀਂ ਜਦੋਂ ਇਹ ਬਣਾਉਣਾ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਖਿਆਲ ਹੈ ਵੀ ਆਪਣਾ ਹੋਰ ਵੀ ਧਰਮ ਸਥਾਨ ਬਣਾਉਣਾ ਚਾਹੀਦਾ ਤੇ ਮੈਂ ਜਦੋਂ ਪਾਕਿਸਤਾਨ ਮੈਨੂੰ ਸਤਲੁਜ ਦੇ ਸਾਹਮਣੇ ਅਮਰ ਕੋਪਰੀ ਦੇ ਨਾਲ ਉੱਥੇ ਰਮੇਸ਼ ਨਹਿਰੂ ਉਹ ਮੈਨੂੰ ਰਿਫਿਊਜੀ ਤੌਰ 'ਤੇ ਮਕਾਨ ਉੱਥੇ ਮਿਲਿਆ ਸੀ ਉੱਥੇ ਅਸੀਂ ਰਹਿੰਦੇ ਸੀ ਉੱਥੇ ਦੌਲਤ ਰਾਮ ਬੰਗਰ ਸੀ ਪ੍ਰੇਮ ਸਿੰਘ ਸੀ ਅਮਰ ਸਿੰਘ ਸੀ ਅਤੇ ਦੂਸਰੇ ਹੋਰ ਕਈ ਸਾਰੇ ਸੱਜਣ ਬੰਤਾ ਰਾਮ ਕਿਹੜਾ ਚੱਲਣ ਸਿੰਘ ਬੱਦਲ ਸੀ ਅਤੇ ਇੱਕ ਦੂਸਰਾ 'ਚ ਆਪਣਾ ਉਹ ਨਾਂ ਭੁੱਲ ਗਿਆ ਨਵਾਂ ਸ਼ਹਿਰ ਦਾ ਸੀ ਆਦਮੀ ਇਹਨਾਂ ਨੇ ਸਾਰਿਆਂ ਨੇ ਕੀਤਾ ਕੋਈ ਜਗ੍ਹਾ ਚਾਹੀਦੀ ਆ ਉਸ ਵੇਲੇ ਜੇ ਰਮੇਸ਼ਵਰ ਜੀ ਅਮਰਕੋਟਪੁਰੀ ਜਗ੍ਹਾ ਉੱਥੇ ਕੁਛ ਨਹੀਂ ਸੀ ਹੁੰਦਾ ਤਾਂ ਇਹਨਾਂ ਨੇ ਕਿਹਾ ਵੀ ਜਗ੍ਹਾ ਇੱਥੇ ਖਾਲੀ ਆ ਇੱਥੇ ਆਪਾਂ ਮਕਾਨ ਇੱਥੇ ਬਣਾਈਏ ਕੁਛ ਨਾ ਕੁਛ ਜਦੋਂ ਆਏ ਮੈਂ ਤਾਂ ਇਹ ਦੌਲਤ ਰਾਮ ਬੰਗਰ 'ਤੇ ਸਾਰੇ ਹਿੱਸਾ ਜ਼ਿਆਦਾ ਮੈਂ ਵੀ ਲੈਂਦਾ ਸੀ ਇਹ ਆਏ ਅਤੇ ਮੇਰੇ ਘਰ ਕਹਿੰਦੇ ਵੀ ਟੂਰਾ ਸਾਹਿਬ ਗੱਲ ਇਹ ਆ ਵੀ ਸਾਡਾ ਵਿਚਾਰ ਆ ਵੀ ਇਹ ਇੱਥੇ ਜਗ੍ਹਾ ਜਿਹੜੀ ਆ ਇਹਨੂੰ ਘੇੜ ਕੇ ਆਪਣਾ ਮੰਦਿਰ ਇੱਥੇ ਗੁਰਦੁਆਰਾ ਬਣਾਈਏ ਅਤੇ ਹੁਣ ਕਰ ਦਿਆ ਅਤੇ ਹੁਣ ਤੈਨੂੰ ਪਹਿਲਾਂ ਪੈਸਿਆਂ ਦੀ ਲੋੜ ਵੀ ਹੈਗੀ ਆ ਅਤੇ ਤੁਸੀਂ ਵੀ ਕੁਛ ਹਿੰਮਤ ਕਰੋ ਮੈਂ ਕਿਹਾ ਚਲੋ ਵੀ ਜਿੰਨਾ ਕਰਦੇ ਕਹਿੰਦੇ ਕਿੱਦਾਂ ਵੀ ਮੈਂ ਉਸ ਵੇਲੇ 1400 ਰੁਪਈਆ ਇਹਨੂੰ ਦਿੱਤਾ ਕਿਹੜੇ ਸੰਨ ਦੀ ਗੱਲ ਹੈ ਇਹ ਸਾਨੂੰ 158 ਦੀ ਗੱਲ ਆ ਅੱਛਾ ਠੀਕ ਹੈ ਉੱਥੇ ਉਹ ਗੁਰਦੁਆਰਾ ਇਹ ਵੀ ਬਾਅਦ 'ਚ ਬਣਿਆ ਉਹ ਫਿਰ ਉੱਥੇ ਗੁਰਦੁਆਰਾ ਸੀ ਸਾਨੂੰ 58 'ਚ ਉਹ ਗੁਰਦੁਆਰਾ ਸ਼ੁਰੂ ਤੋਂ ਕੀਤਾ ਉਹ ਫਿਰ ਗੁਰਦੁਆਰਾ ਸੀ ਬਣਾਇਆ ਗੁਰਦੁਆਰਾ ਉਹ ਤੋਂ ਬਾਅਦ ਇੱਥੇ ਫਿਰ ਸਾਰੀ ਸੰਗਤ ਕਰੋਲ ਬਾਗ ਦੀ ਹੁੰਦੀ ਸੀ ਬਾਹਰ ਵੀ ਇੱਥੇ ਗੁਰਦੁਆਰੇ ਇੱਥੇ ਸਾਰੀ ਸੰਗਤ ਆਉਂਦੀ ਹੁੰਦੀ ਇਸ ਤੋਂ ਬਾਅਦ ਫਿਰ ਜਿਉਂ ਸਾਡੇ ਲੋਕ ਇੱਥੇ ਆਉਂਦੇ ਰਹੇ ਪੰਜਾਬ 'ਚ ਅਤੇ ਸਰਵਿਸ ਕਰਦੇ ਰਹੇ ਉਹਨਾਂ ਨੂੰ ਗੌਰਮੈਂਟ ਅਕੋਮੋਡੇਸ਼ਨ ਮਿਲਦੀ ਅਤੇ ਲੋਕ ਸਾਡੇ ਫਿਰ ਇੱਥੋਂ ਬਹੁਤ ਸਾਰੇ ਨਾਨਕਪੁਰੇ ਚਲੇ ਗਏ ਮੋਤੀ ਬਾਗ ਚਲੇ ਸਰੋਜਨੀ ਨਗਰ ਚਲੇ ਅਤੇ ਉੱਧਰ ਫਿਰ ਜਾ ਕੇ ਉਹਨਾਂ ਨੇ ਵੀ ਕੰਮ ਸ਼ੁਰੂ ਕੀਤਾ ਫਿਰ ਦੇਖੋ ਪਹਿਲਾ ਗੁਰਦੁਆਰਾ ਜਿਹੜਾ ਬਣਾ ਇਹ ਕਰੋਲ ਬਾਗ ਵਾਲਾ ਇਹ ਮੈਂ 17 ਸਾਲ ਉੱਥੇ ਪ੍ਰੈਜ਼ੀਡੈਂਟ ਰਿਹਾ ਮੇਰਾ ਹਾਲੇ ਮਕਾਨ ਵੀ ਉੱਥੇ ਹੀ ਆ ਉੱਥੇ ਮਕਾਨ ਹੈਗਾ ਅਤੇ ਮੈਂ ਇੱਥੇ ਫਿਰ ਅਸ਼ੋਕ ਸਨ 77 ਤੋਂ ਅਸੀਂ ਸਾਰਾ ਉਹਨਾਂ ਦੇ ਨਾਲ ਸਹਿਮਤ ਸਾਰਾ ਉਹਨਾਂ ਦੇ ਨਾਲ ਕੰਮ ਕਰੀਦਾ ਅਤੇ ਉੱਥੇ ਗਏ ਉਹ ਤੋਂ ਬਾਅਦ ਫਿਰ ਦੇਖੋ ਸਾਰੇ ਇਹ ਜਿੰਨੇ ਵੀ ਗੁਰਦੁਆਰੇ ਚਾਹੁੰਦੇ ਪਏ ਉਤਸ਼ਾਹ ਦਿੱਤਾ ਹੁਣ ਮੋਤੀ ਬਾਗ ਬਣਿਆ ਉੱਥੇ ਦੂਸਰਾ ਨਾਨਕਪੁਰੇ ਬਣਿਆ ਫਿਰ ਆਰ ਕੇ ਪੁਰਮ ਬਣਿਆ ਇਹ ਸਾਰੇ ਸਾਡੇ ਸਾਰੇ ਉੱਥੇ ਜਾਂਦੇ ਸਾਰੇ ਸਹਿਯੋਗ ਦੇ ਨਾਲੇ ਬਣਦੇ ਰਹੇ ਤਾਂ ਫਿਰ ਉਸ ਤੋਂ ਬਾਅਦ ਇੱਕ ਦਫਾ ਸੰਤਗੜ੍ਹ ਦੀ ਹੁਣ ਗੱਲ ਕਰੀ ਆ ਸੰਤਗੜ੍ਹ ਦੇ ਉੱਤੇ ਸਾਡੇ ਉਹ ਰਤਨ ਸਿੰਘ ਸਿੱਧੂ ਹੁੰਦੇ ਸੀ ਇਹ ਸਾਡੇ ਨਾਨਕੇ ਤੋਂ ਭਾਮ ਤੇ ਮੇਰੇ ਨਾਨਕੇ ਭਾਮ ਉਹ ਵੀ ਸਿੱਧੂ ਆ ਉਹ ਵੀ ਇੱਥੇ ਆਉਂਦੇ ਸੀ ਉਹਨਾਂ ਬਈ ਅਸੀਂ ਜਨਮ ਦਿਨ ਮਨਾਉਣਾ ਉਹ ਜਨਮ ਕਰੋਲ ਬਾਗ ਬੈਠੇ ਅਤੇ ਮੈਂ ਕਿਹਾ ਵੀ ਗੱਲ ਹੈ ਵੀ ਤੁਸੀਂ ਐਂ ਕਰੋ ਵੀ ਯਾਰ ਤੁਸੀਂ ਥੋੜ੍ਹਾ ਜਿਹਾ ਕੋਈ ਜਗ੍ਹਾ ਲਾਓ ਪਹਿਲਾਂ ਉਹ ਕਹਿੰਦਾ ਹੁਣ ਪੈਸੇ ਕੋਈ ਮੈਂ ਕਿਹਾ ਚਾਹ ਕਰੋ ਛੱਡੋ ਤੁਸੀਂ ਲਾਓ ਮੈਂ 50 ਰੁਪਏ ਉਹਨਾਂ ਦੇ ਦਿੱਤੇ ਉਹਨੂੰ ਸੰਤਗੜ੍ਹ ਸਿੱਧੂ ਨੂੰ 50 ਬਹੁਤ ਉਸ ਵੇਲੇ ਸੀ ਵੀ ਥੋੜ੍ਹਾ ਬਹੁਤਾ ਤੁਸੀਂ ਪਲਾਟ ਲਓ ਫਿਰ ਉਹਨਾਂ ਹਿੰਮਤ ਕੀਤੀ ਉਹਨਾਂ ਨੇ ਕੀਤਾ ਹੁਣ ਅੱਜ ਦੇਖ ਲਓ ਕਿੰਨੀਆਂ ਰੌਣਕਾਂ ਲੱਗੀਆਂ ਹੁਣ ਲੋਕ ਉੱਥੇ ਜਾ ਕੇ ਵੱਸ ਗਏ ਉੱਥੇ ਜ਼ਿਆਦਾ ਬਣ ਗਏ ਜਿੰਨੇ ਵੀ ਗੁਰਦੁਆਰੇ ਆਪਣੇ ਮਦਰ ਰਵਿਦਾਸ ਜੀ ਦੇ ਇਹ ਸਾਰਿਆਂ ਤੋਂ ਪਹਿਲਾਂ ਇਹ ਕਰੋਲ ਬਾਗ ਦਾ ਬਣਿਆ ਉਹ ਤੋਂ ਬਾਅਦ ਫਿਰ ਸੰਗਤ ਜਿੱਦਾਂ ਸਾਰੇ ਜਿੱਥੇ ਲੋਕ ਆਪਣੇ ਮਕਾਨ ਬਣਾਉਣ ਲੱਗ ਪਏ ਉੱਥੇ ਜਿੱਦਾਂ ਬਸ ਹੋ ਗਏ ਉੱਥੇ ਉਹਨਾਂ ਦੇ ਜਿਹੜੇ ਦੇ ਗੁਰੂ ਪ੍ਰੇਮੀ ਸੀ ਉਹਨਾਂ ਨੇ ਬਣਾਉਣੇ ਸੀ ਇਹ ਸ਼ੁਰੂ ਕਰਤਾ ਸਾਰਿਆਂ ਤੋਂ ਪਹਿਲਾਂ ਆਏ ਇਹ ਕਰੋਲ ਬਾਗ ਇਹ ਗੁਰਦੁਆਰਾ ਬਣਿਆ ਅਤੇ ਸਾਰੇ ਜਿਹੜੇ ਉੱਥੇ ਅਸੀਂ ਜਾਂਦੇ ਰਹੇ ਜਲੂਸ ਵੀ ਕੱਢਦੇ ਰਹੇ ਹਰ ਕੱਢਦੇ ਰਹੇ ਆ ਤਾਂ ਇਹ ਜਲੂਸ ਜਿਹੜਾ ਸ਼ੁਰੂ ਕੀਤਾ ਸਾਨੂੰ 50 ਦੇ ਵਿੱਚ ਇਹ ਜਲੂਸ ਤੋਂ ਇਹ ਉਦੋਂ ਸ਼ੁਰੂ ਉਸ ਤੋਂ ਪਹਿਲਾਂ ਕੋਈ ਇੱਥੇ ਜਾਣਦਾ ਸੀ ਫਿਰ ਇਸ ਦੀ ਸੰਗਤ ਜਿਹੜੀ ਸੀ ਅਸੀਂ ਜੋ ਕਰੋਲ ਬਾਗ ਜਾਂਦੇ ਤੇ ਬਣਾਉਣਾ ਹੁਣ ਤਾਂ ਹਿੰਮਤ ਨਹੀਂ ਜਾਈਏ ਅਸੀਂ ਕਿਸ ਤਰ੍ਹਾਂ ਕਰਨਾ ਜਦੋਂ ਉੱਥੇ ਪ੍ਰੋਸੈਸ਼ਨ ਸ਼ੁਰੂ ਕੀਤਾ ਆਪਾਂ ਸ਼ਹੀਦੀਪੁਰੇ ਰਹਿੰਦੇ ਸੀ ਉੱਥੇ ਅਸੀਂ ਇੱਕ ਤੇਲ ਦਾ ਪੀਪਾ ਲਿਆ ਸੀ ਤੇਲ ਦਾ ਪੀਪਾ ਲੈ ਕੇ ਅਸੀਂ ਰਾਤ ਨੂੰ ਇੱਕ ਸ਼ਹੀਦੀ ਨਾਲ ਹੁੰਦਾ ਸੀ ਨਾਨਕਪੁਰੇ ਦਾ ਆਪਣਾ ਜਾਟਵ ਉਹ ਥੋੜ੍ਹਾ ਰਵਿਦਾਸ ਮਹਾਰਾਜ ਦੀ ਕਵਿਤਾ ਕੋਈ ਬੋਲਦਾ ਤਾ ਅਤੇ ਅਸੀਂ ਉਹਨੂੰ ਰਾਤ ਦੇ 2 ਰੁਪਏ ਦੇਣੇ ਅਸੀਂ ਜਿਹੜਾ ਸਦਰ ਵਜ਼ਾ ਕਲਾ ਮਹਿਲ ਮੇਰੇ ਸਾਰੇ ਰਾਤ ਨੂੰ ਜਾ ਕੇ ਉੱਥੇ ਜਾ ਕੇ ਅਸੀਂ ਪ੍ਰਚਾਰ ਕਰਨਾ ਜੀ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਬਹੁਤ ਵਿਸਤਾਰ ਦੇ ਨਾਲ ਸਭ ਤੋਂ ਪੁਰਾਤਨ ਮੰਦਰ
ਦੇਵਨਗਰ ਜਿੱਥੇ ਬਾਬਾ ਸਾਹਿਬ ਨੇ ਵੀ ਚਰਨ ਪਾਇਆ ਔਰ ਉਹਨਾਂ ਨੇ ਨਗਰ ਕੀਰਤਨ ਦਾ ਸ਼ੋਭਾ ਯਾਤਰਾ ਦਾ ਆਰੰਭ ਕੀਤਾ, ਉਸ ਮੰਦਰ ਬਾਰੇ ਵੀ ਦੱਸਿਆ। ਔਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਪੰਜਾਬੀਆਂ ਨੇ ਕਰੋਲ ਬਾਗ ਅੰਮ੍ਰਿਤਪੁਰ ਕੌਰਪੁਰੀ ਵਿਖੇ ਜਿਹੜਾ ਮੰਦਰ ਬਣਾਇਆ, ਉਹਦੇ ਇਹ ਫਾਊਂਡਰ ਮੈਂਬਰ ਹਨ ਔਰ ਉਹਦੇ ਬਾਰੇ ਵੀ ਬਹੁਤ ਵਿਸਤਾਰ ਦੇ ਨਾਲ ਸਾਰਿਆਂ ਨੂੰ ਜਾਣਕਾਰੀ ਦਿੱਤੀ ਹੈ। ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ। ਸਿਰਫ ਟੂਰਾ ਸਾਹਿਬ ਇੱਥੇ ਹੀ 2 ਮੰਦਰਾਂ ਤੱਕ ਨਹੀਂ ਸੀਮਿਤ ਰਹੇ, ਇਹਨਾਂ ਨੇ ਇਸ ਤੋਂ ਬਾਅਦ ਮੋਤੀ ਬਾਗ ਗੁਰੂ ਰਵਿਦਾਸ ਮੰਦਰ, ਨਾਨਕਪੁਰਾ ਗੁਰੂ ਰਵਿਦਾਸ ਮੰਦਰ, ਆਰ ਕੇ ਪੁਰਮ ਗੁਰੂ ਰਵਿਦਾਸ ਮੰਦਰ, ਉੱਥੇ ਫਾਈਨੈਂਸ਼ੀਅਲੀ ਵੀ ਬਹੁਤ ਮਦਦ ਕੀਤੀ ਔਰ ਮੋਰਲੀ ਵੀ ਬਹੁਤ ਸਪੋਰਟ ਕੀਤੀ ਹੈ, ਕਿਉਂਕਿ ਇਹ ਸੁਲਝੇ ਹੋਏ ਸਿਆਣੇ ਬੰਦੇ ਸਨ, ਇਹਨਾਂ ਦੀ ਕੋਈ ਮੋੜਦਾ ਨਹੀਂ ਸੀ। ਅਤੇ ਇਸ ਤੋਂ ਬਾਅਦ ਜਦੋਂ ਗੋਬਿੰਦਪੁਰੀ ਦਾ ਵੀ ਝਗੜਾ ਪਿਆ, ਉੱਥੇ ਵੀ ਇਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ, ਸਾਰਿਆਂ ਨੂੰ ਇਕੱਠੇ ਕੀਤਾ ਔਰ ਫਿਰ ਉਸ ਗੁਰੂ ਘਰ ਦਾ ਜਿਹੜਾ ਮਸਲਾ ਸੀ ਉਹਨੂੰ ਸੋਲਵ ਕੀਤਾ। ਉਸ ਤੋਂ ਬਾਅਦ ਦੁਰਗਾ ਵਿਹਾਰ ਮੰਦਰ ਬਣਿਆ, ਉੱਥੇ ਵੀ ਇਹਨਾਂ ਦੀ ਬਹੁਤ ਕੰਟਰੀਬਿਊਸ਼ਨ ਹੈ। ਮੋਹਨ ਗਾਰਡਨ ਵੀ ਇਹਨਾਂ ਦੀ ਬੜੀ ਕੰਟਰੀਬਿਊਸ਼ਨ ਹੈ ਔਰ ਮੰਗੋਲਪੁਰੀ ਵੀ ਇਹਨਾਂ ਦੀ ਕੰਟਰੀਬਿਊਸ਼ਨ ਹੈ। ਸੁਦਰਸ਼ਨ ਪਾਰਕ ਵੀ ਹੈ, ਕਿਉਂਕਿ ਉੱਥੇ ਇਹਨਾਂ ਦੇ ਭਾਈ ਸਾਹਿਬ ਸਰਦਾਰ ਸਵਰਨਦਾਸ ਪਰਦੇਸੀ ਹੁਣੇ ਉੱਥੇ ਫਾਊਂਡਰ ਮੈਂਬਰ ਹਨ, ਕੈਨੇਡਾ ਹੁਣ ਰਹਿੰਦੇ ਹਨ, ਉਹਨਾਂ ਨੇ ਬਣਾਇਆ, ਉਹਨਾਂ ਦੇ ਪਰਿਵਾਰ ਨੇ ਮਿਲ ਕੇ। ਭਾਗਮਲ ਸੱਲਣ ਜੀ ਪ੍ਰਦੀਪ ਸਾਹਿਬ ਦੇ ਫਾਦਰ ਸਾਹਿਬ, ਉਹਨਾਂ ਨੇ ਸਾਰਿਆਂ ਨੇ ਰਲ ਕੇ ਬਣਾਇਆ। ਤਾਂ ਇਹਨਾਂ ਦਾ ਸਾਰੀ ਜਗ੍ਹਾ ਹੀ ਬਹੁਤ ਯੋਗਦਾਨ ਸੀਗਾ, ਇਹਨਾਂ ਦੀ ਗੱਲ ਨੂੰ ਮੰਨਦੇ ਸੀਗੇ। ਅਤੇ ਅੱਜ ਅਸੀਂ ਉਹ ਜਿਹੜੇ ਇਹ ਮੰਦਰ ਬਣੇ ਹੋਏ ਆ, ਬੂਟੇ ਲਾਏ ਹੋਏ, ਉਹਨਾਂ ਦਾ ਆਨੰਦ ਅਸੀਂ ਅੱਜ ਮਾਣ ਰਹੇ ਹਾਂ। ਪੰਜਾਬ ਤੋਂ ਆਏ ਲੋਕਾਂ ਨੇ ਇਹ 10 ਮੰਦਰ ਬਣਾਏ ਹਨ। ਸਭ ਤੋਂ ਪਹਿਲਾਂ ਦੇਵਨਗਰ, ਕਰੋਲ ਬਾਗ, ਗੋਬਿੰਦਪੁਰੀ, ਆਰ ਕੇ ਪੁਰਮ, ਨਾਨਕਪੁਰਾ, ਮੋਤੀ ਬਾਗ, ਸੰਤਗੜ੍ਹ, ਦੁਰਗਾ ਵਿਹਾਰ, ਮੰਗੋਲਪੁਰੀ, ਸੁਦਰਸ਼ਨ ਪਾਰਕ, ਇਹ 10 ਮੈਂਬਰ ਪੰਜਾਬੀਆਂ ਨੇ ਬਣਾਏ ਹਨ। ਬਾਕੀ ਇੱਥੇ ਤਕਰੀਬਨ 50 ਤੋਂ ਜ਼ਿਆਦਾ ਮੰਦਰ ਹਨ ਦਿੱਲੀ ਦੇ ਵਿੱਚ। ਕਈ ਤਾਂ ਛੋਟੇ ਮੋਟੇ ਹੀ ਮੰਦਰ ਹਨ, ਪਰ ਜਿਹੜੇ ਮਹੱਤਵਪੂਰਨ ਮੰਦਰ ਹਨ ਉਹਨਾਂ ਦੇ ਮੈਂ ਸਾਰਿਆਂ ਨੇ ਗਿਣਾਏ ਹੈ, ਉਹਨਾਂ ਦੀ ਡਾਕੂਮੈਂਟਰੀ ਵੀ ਬਣਾਈ ਹੈ। ਟੂਰਾ ਸਾਹਿਬ ਦੇ ਅਸੀਂ ਬਹੁਤ ਆਭਾਰੀ ਹਾਂ ਜਿਨ੍ਹਾਂ ਨੇ ਇੰਨੀ ਜਾਣਕਾਰੀ ਦਿੱਤੀ। ਔਰ ਸਭ ਤੋਂ ਵੱਡੀ ਗੱਲ ਕਿ ਇੰਨੀ ਉਮਰ ਹੋਣ ਦੇ ਬਾਵਜੂਦ ਵੀ ਹਾਲੇ ਵੀ ਜਿੱਥੇ ਕਿਤੇ ਪ੍ਰੋਗਰਾਮ ਹੁੰਦਾ ਹੈ ਉੱਥੇ ਕੈਬ ਕਰਕੇ, ਟੈਕਸੀ ਕਰਕੇ ਪਹੁੰਚ ਜਾਂਦੇ ਹਨ ਔਰ ਜਿਤਨਾ ਵੀ ਆਪਣਾ ਯੋਗਦਾਨ ਦੇਣਾ ਹੋਵੇ ਦੇ ਦਿੰਦੇ ਹਨ। ਮੈਂ ਇੱਕ ਵਾਰੀ ਟੂਰਾ ਸਾਹਿਬ ਨੂੰ ਕਿਹਾ ਸੀ ਕਿ ਤੁਹਾਡੀ ਮੰਗੋਲਪੁਰੀ ਨੇਮ ਪਲੇਟ ਲਗਾ ਦਿੰਦੇ ਆ। ਮੈਨੂੰ ਕਹਿੰਦਾ ਨਾ ਨਹੀਂ ਕਾਕਾ, ਇੱਦਾਂ ਨਹੀਂ, ਇਸ ਹੱਥ ਤੋਂ ਦੇਵੋ ਤਾਂ ਦੂਸਰੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਅਤੇ ਇਹਨਾਂ ਦੀ ਹਰ ਜਗ੍ਹਾ ਬਹੁਤ ਕੰਟਰੀਬਿਊਸ਼ਨ ਰਹਿੰਦੀ ਹੈ, ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਸਾਡੀ ਇਹੋ ਹੀ ਅਰਦਾਸ ਬੇਨਤੀ ਹੈ ਕਿ ਇਹਨਾਂ ਨੂੰ ਹੁਣ ਜਿਹੜੇ ਲਾਸਟ ਇਹਨਾਂ ਦੇ ਜਿਹੜੀ ਉਮਰ ਚੱਲ ਰਹੀ ਹੈ ਉਹਦੇ ਵਿੱਚ ਤੰਦਰੁਸਤੀ ਇਹਨਾਂ ਨੂੰ ਦੇਣੋ, ਹੋਰ ਕੁਛ ਨਹੀਂ। ਤੰਦਰੁਸਤੀ ਨਾਲ ਨਿਕਲ ਜਾਵੇ ਤਾਂ ਬਹੁਤ ਚੰਗੀ ਗੱਲ ਹੈ। ਜੈ ਗੁਰਦੇਵ, ਧੰਨ ਗੁਰਦੇਵ। ਵਿਸਾਰੋ ਮੈਂ ਜਨ ਤੇਰਾ, ਮੋਹਿ ਨਾ ਵਿਸਾਰੋ ਮੈਂ ਜਨ ਤੇਰਾ, ਮੋਹਿ ਨਾ ਵਿਸਾਰੋ ਮੈਂ ਜਨ ਤੇਰਾ।
ਵਿਸਾਰੋ ਮੈਂ ਜਨ ਤੇਰਾ ਮੋਹਿ ਨਾ 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 ਵਿਸਾਰੋ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼੍ਰੀ ਗੁਰੂ ਰਵਿਦਾਸ ਮੰਦਰ ਦਿੱਲੀ ਵਿਖੇ ਸਾਰੇ ਗੁਰੂ ਧਾਮਾਂ ਦੇ ਦਰਸ਼ਨ ਕਰਦੇ ਹੋਏ ਹੁਣ ਅੱਜ 16 ਦਸੰਬਰ ਦਿਨ ਸ਼ੁੱਕਰਵਾਰ ਪੋਹ ਦੀ ਸੰਗਰਾਂਦ ਵਾਲੇ ਦਿਨ ਅਸੀਂ ਸੁਦਰਸ਼ਨ ਪਾਰਕ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਖੇ ਪਹੁੰਚੇ ਹਾਂ। ਇਹ ਵੀ ਬਹੁਤ ਪੁਰਾਣਾ ਮੰਦਰ ਹੈ ਦਿੱਲੀ ਵਿਖੇ। 1983 ਵਿੱਚ ਇਹ ਮੰਦਰ ਬਣਿਆ ਸੀ। ਮੈਂ ਵੀ ਉਦੋਂ ਇੱਥੇ ਹੀ ਰਹਿੰਦਾ ਸਾਂ ਔਰ ਸਾਰਿਆਂ ਨੇ ਮਿਲ ਕੇ ਬੜੀ ਜਦੋਜਹਿਦ ਕਰਕੇ ਬਹੁਤ ਮਿਹਨਤ ਕਰਕੇ ਆਪਣੇ ਸਿਰਾਂ ਦੇ ਉੱਤੇ ਤਸਲੇ ਚੁੱਕ ਕੇ ਮਿੱਟੀ ਦੇ ਇੱਟਾਂ ਚੁੱਕ ਕੇ ਸਾਰਿਆਂ ਨੇ ਯੋਗਦਾਨ ਪਾਇਆ। ਖਾਸ ਕਰਕੇ ਇਹਦੇ ਵਿੱਚ ਸਵਰਨਦਾਸ ਪਰਦੇਸੀ, ਹਰਬਲਸ ਬੰਗੜ, ਮੀਰਚੰਦ ਟੂਰਾ, ਲਛਮਣ ਦਾਸ ਤੇ ਗੁਰਦਿਆਲ ਚੰਦ ਜੀ, ਗੁਲਜ਼ਾਰੀ ਲਾਲ ਮੇਰੇ ਫਾਦਰ ਇਨ ਲਾ ਔਰ ਹੋਰ ਸਾਰਿਆਂ ਦਾ ਬਹੁਤ ਯੋਗਦਾਨ ਰਿਹਾ ਹੈ। ਔਰ ਇਸ ਮੰਦਰ ਦੇ ਵਿੱਚ ਸੰਗਤ ਹੁੰਮ ਹੁਮਾ ਕੇ ਹਮੇਸ਼ਾ ਇੱਥੇ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਹਰ ਸੰਡੇ ਨੂੰ ਵੀ ਪ੍ਰੋਗਰਾਮ ਹੁੰਦਾ ਹੈ ਅਤੇ ਐਨੂਅਲ ਪ੍ਰੋਗਰਾਮ ਅਤੇ ਵਿੱਚ ਵਿਚਾਲੇ ਹੋਰ ਵੀ ਪ੍ਰੋਗਰਾਮ ਹੁੰਦੇ ਹਨ। ਸਾਰੀ ਸੰਗਤ ਦੂਰੋਂ ਦੂਰ ਦਰੇਡੇ ਤੋਂ ਵੀ ਦਿੱਲੀ ਦੇ ਵਿੱਚ ਇੱਥੇ ਆਉਂਦੀ ਹੈ। ਅਤੇ ਕਾਫੀ ਪੁਰਾਣਾ ਮੰਦਰ ਹੋਣ ਕਰਕੇ ਲੋਕਾਂ ਦੀ ਇੱਥੇ ਅਟੈਚਮੈਂਟ ਬਹੁਤ ਹੈ। ਜਿਹੜੇ ਦੂਰ ਦੂਰ ਵੀ ਚਲੇ ਗਏ ਹਨ ਉਹ ਵੀ ਇੱਥੇ ਹਰ ਮੌਕੇ ਦੇ ਉੱਤੇ ਫੰਕਸ਼ਨ ਦੇ ਵਿੱਚ ਆਉਂਦੇ ਹਨ ਔਰ ਨਤਮਸਤਕ ਹੁੰਦੇ ਹਨ। ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਭਾਈ ਜੀ ਨੂੰ ਰੱਖਿਆ ਹੋਇਆ ਹੈ। ਦਿਨ ਰਾਤ ਸਵੇਰੇ ਸ਼ਾਮ ਪ੍ਰਕਾਸ਼ ਕਰਦੇ ਹਨ, ਸ਼ਾਮ ਨੂੰ ਸੰਤੋਖ ਦੇ ਹਨ, ਰਹਿਰਾਸ ਹੁੰਦੀ ਹੈ, ਜਪਜੀ ਸਾਹਿਬ ਦਾ ਪਾਠ ਹੁੰਦਾ ਹੈ ਅਤੇ ਹੋਰ ਵੀ ਸਾਰਾ ਦਿਨ ਕੋਈ ਨਾ ਕੋਈ ਪਾਠ ਚੱਲਦਾ ਰਹਿੰਦਾ ਹੈ। ਲੋਕ ਆਉਂਦੇ ਹਨ, ਮੱਥਾ ਟੇਕਦੇ ਹਨ। ਮੇਰੇ ਨਾਲ ਇੱਥੋਂ ਦੇ ਪੁਰਾਣੇ ਸਾਥੀ ਲਾਲ ਜੀ ਬੈਠੇ ਹਨ। ਇਹਨਾਂ ਤੋਂ ਆਪਾਂ ਮੰਦਰ ਬਾਰੇ ਗੱਲਬਾਤ ਪੁੱਛਾਂਗੇ। ਅਤੇ ਲਓ ਪਹਿਲਾਂ ਮੈਂ ਆਪਣੇ ਅੰਕਲ ਹਜ਼ਾਰੀ ਲਾਲ ਉਹਨਾਂ ਨੂੰ ਦਿੰਦਾ, ਕਿਉਂਕਿ ਇੱਥੇ ਪ੍ਰਧਾਨ ਹਨ, ਉਹਨਾਂ ਨੂੰ ਇਸ ਮੰਦਰ ਬਾਰੇ ਜ਼ਿਆਦਾ ਪਤਾ ਹੈ। ਉਹ ਵੀ ਮੰਦਰ ਬਾਰੇ ਕੁਛ ਨਾ ਕੁਛ ਗੱਲਬਾਤ ਦੱਸਣਗੇ। ਭਾਈ ਸਾਧ ਸੰਗਤ ਜੀ, ਦਾਸ ਇੱਥੇ 1976 ਤੋਂ ਆਇਆ। 1976 ਤੋਂ ਵੀ ਮੈਂ ਦੇਖ ਰਿਹਾ ਕਿ ਪਹਿਲਾਂ ਗਲੀਆਂ 'ਚ ਮੁਹੱਲਿਆਂ 'ਚ ਬਣਾਉਂਦੇ ਹੁੰਦੇ ਸੀ। ਕਦੀ ਗਲੀ ਕਦੀ ਕਿਤੇ ਜਾਣਾ, ਕਿਤੇ ਬੈਠ ਕੇ ਸਾਰੇ ਬਹੁਤ ਰੌਣਕ ਹੁੰਦੀ ਸੀ। ਬੜੇ ਸੀਨੀਅਰ ਸਿਟੀਜ਼ਨ ਹੁੰਦੇ ਸੀ, ਬਹੁਤ ਇੰਨਾ ਰੌਣਕ ਹੁੰਦੀ ਸੀ ਕਿ ਮੈਂ ਦੱਸ ਨਹੀਂ ਸਕਦਾ। ਬਹੁਤ ਬਣਾਉਣੀਆਂ, ਪਤੰਗੀਆਂ ਬਣਾਉਣੀਆਂ, ਲੰਗਰ ਲਾਉਣੇ ਬੜਾ ਅੱਛਾ ਕਰਦੇ ਹੁੰਦੇ ਸੀ। ਉਹਦੇ ਬਾਅਦ ਗੁਰੂ ਮਹਾਰਾਜ ਦੀ ਕਿਰਪਾ ਹੋਈ, ਸਾਡੇ ਪਰਦੇਸੀ ਵਗੈਰਾ ਉਹ ਸਾਰੇ ਹਰਬਲਾਸ ਵਗੈਰਾ ਮਿਲ ਕੇ ਇਹ ਜਗ੍ਹਾ ਦੇਖੀ। ਔਰ ਅਸੀਂ ਇੱਥੇ 1983 ਤੋਂ ਇਹਨਾਂ ਨਾਲ ਜੁੜੇ ਹੋਏ ਹਾਂ ਔਰ ਹਰ ਸਾਲ ਮਾਂ ਗੁਰੂ ਰਵਿਦਾਸ ਮਹਾਰਾਜ ਦੀ ਜਯੰਤੀ ਮਨਾਉਂਦੇ ਹਾਂ, ਪ੍ਰਭਾਤ ਫੇਰੀਆਂ ਕੱਢਦੇ ਹਾਂ ਅਤੇ ਹੋਰ ਸਾਰੇ ਲੋਕ ਇੱਥੋਂ। ਇਹ ਬਹੁਤ ਹੀ ਪੁਰਾਣਾ ਸਭ ਤੋਂ ਪਹਿਲਾਂ ਦਾ ਮੰਦਰ ਆ, ਇਸ ਕਰਕੇ ਅਸੀਂ ਲੋਕ ਬਹੁਤ ਜ਼ਿਆਦਾ ਆਉਂਦੇ ਆ। ਅਤੇ ਬਾਕੀ ਇਹ ਹੈ ਕਿ ਮੈਂ ਦਾਸ ਵੀ ਕਾਫੀ 1997 'ਚ ਰਿਟਾਇਰ ਹੋਇਆ ਸੀ। 1997 ਤੋਂ ਮੈਂ ਇਸ ਮੰਦਰ ਨਾਲ ਜੁੜਿਆ ਹੋਇਆ ਹਾਂ ਅਤੇ ਵਾਹਿਗੁਰੂ ਦੀ ਕਿਰਪਾ, ਸ੍ਰੀ ਰਵਿਦਾਸ ਮਹਾਰਾਜ ਦੀ ਬੜੀ ਕਿਰਪਾ ਚੱਲ ਰਹੀ ਹੈ। ਬਹੁਤ ਸੇਵਾ ਕਰਦੇ ਰਾਤ ਦਿਨ ਔਰ ਸਾਰੇ ਮੇਰੇ ਸਾਥੀ ਜੋ ਵੀ ਮੇਰੀ ਸਭਾ ਆ ਮੇਰੇ ਨਾਲ ਜੁੜ ਕੇ ਕੰਮ ਕਰ ਰਹੀ ਹੈ। ਇਸ ਵੇਲੇ ਮੈਂ ਅਸੀਂ ਬਹੁਤ ਅੱਛਾ ਕਰ ਰਹੇ ਹਾਂ। ਬਾਕੀ ਇਹ ਹੈ ਕਿ ਜੋ ਵੀ ਇਹਦੀ ਬਣਾਉਂਦੇ ਹਾਂ, ਜੋ ਸੇਵਾ ਮਿਲਦੀ ਲੋਕਾਂ ਦੀ, ਉਹ ਗੁਰੂ ਘਰ ਦੇ ਵਿੱਚ ਲਗਾਉਂਦੇ ਹਾਂ। ਜੈ ਗੁਰਦੇਵ, ਧੰਨ ਗੁਰਦੇਵ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਕੁਆਇਟ ਡੇ ਹੈ, ਇਸ ਕਰਕੇ ਕੋਈ ਪ੍ਰੋਗਰਾਮ ਤਾਂ ਨਹੀਂ ਹੈ, ਨਾ ਸੰਗਤ ਹੈ ਇੱਥੇ, ਪਰ ਅਸੀਂ ਸਿਰਫ ਇੱਥੋਂ ਦੀ ਡਾਕੂਮੈਂਟਰੀ ਬਣਾਉਣ ਵਾਸਤੇ ਹੀ ਆਏ ਹਾਂ। ਇਹ ਦੋ ਸੱਜਣ ਜਨਰਲ ਸੈਕਟਰੀ ਔਰ ਪ੍ਰਧਾਨ ਜੀ ਸਾਨੂੰ ਮਿਲੇ ਹਨ, ਇਹਨਾਂ ਤੋਂ ਅਸੀਂ ਵੇਰਵਾ ਪੁੱਛਿਆ ਹੈ। ਇਹ ਮੰਦਰ ਦੀ ਲੋਕੇਸ਼ਨ ਰਿੰਗ ਰੋਡ ਦੇ ਉੱਤੇ ਹੈ, ਵਸਈ ਦਾਰਾਪੁਰ ਦੇ ਨਾਲ, ਔਰ ਉੱਧਰੋਂ ਪੰਜਾਬੀ ਬਾਗ ਪੈਂਦਾ ਹੈ। ਕਦੇ ਵੀ ਕੋਈ ਸੰਗਤ ਪੰਜਾਬ ਤੋਂ ਆਉਂਦੀ ਹੈ ਜਾਂ ਏਅਰਪੋਰਟ ਨੂੰ ਜਾਂਦੀ ਜਾਂ ਹੋਰ ਕਿਤੇ ਆਉਂਦੀ ਹੈ ਤਾਂ ਇਸ ਮੰਦਰ ਵਿਖੇ ਆ ਕੇ ਨਤਮਸਤਕ ਹੋ ਸਕਦੇ ਹਨ, ਉਹ ਇਸ ਮੰਦਰ ਨੂੰ ਦੇਖ ਸਕਦੇ ਹਨ। ਬਹੁਤ ਇੱਥੇ ਪਿਆਰ ਸਤਿਕਾਰ ਸੰਗਤ ਦਾ ਮਿਲਦਾ ਹੈ। ਆਪਣੇ ਜਿੰਨੇ ਵੀ ਪੰਜਾਬੀ ਭਰਾ ਹਨ ਉਹ ਇੱਥੇ ਮਿਲਦੇ ਹਨ। ਅਤੇ ਲਓ ਮੈਂ ਹੁਣ ਮਾਈਕ ਦਿੰਦਾ ਹਾਂ ਸ਼੍ਰੀ ਬੁੱਧੀ ਪ੍ਰਕਾਸ਼ ਜੀ ਨੂੰ, ਜਿਹੜੇ ਕਿ ਇਸ ਮੰਦਰ ਦੇ ਵਿੱਚ ਜਨਰਲ ਸੈਕਟਰੀ ਹਨ। ਉਹ ਵੀ ਆਪਣੀ ਗੱਲਬਾਤ ਰੱਖਣਗੇ। ਇਹਨਾਂ ਦਾ ਜਨਮ ਇੱਥੇ ਹੀ ਹੋਇਆ ਔਰ ਜਨਮ ਤੋਂ ਹੀ ਇਹ ਸੇਵਾ ਕਰ ਰਹੇ ਹਨ, ਕਿਉਂਕਿ ਇਹਨਾਂ ਦੇ ਪਿਤਾ ਜੀ ਹਰਬਲਾਸ ਬੰਗੜ ਜੀ ਵੀ ਉਹ ਇੱਥੇ ਜਨਰਲ ਸੈਕਟਰੀ ਰਹੇ। ਇਹਨਾਂ ਦੇ ਮਾਤਾ ਜੀ ਦਾ ਬਹੁਤ ਯੋਗਦਾਨ ਹੈ। ਮੈਂ ਤਾਂ ਜਿੱਥੇ ਵੀ ਜਾਂਦਾ ਉਹਨਾਂ ਦਾ ਨਾਂ ਲੈਂਦਾ ਰਹਿੰਦਾ
ਔਰ ਜਿੰਨੇ ਵੀ ਇੱਥੇ ਲੇਡੀਜ਼ ਸੀਗੀਆਂ, ਮੈਨੂੰ ਹਾਲੇ ਤੱਕ ਵੀ ਯਾਦ ਹੈ ਕਿ ਆਪਣੇ ਹੱਥੀਂ ਉਹਨਾਂ ਨੇ ਲੰਗਰ ਬਣਾਉਂਦੇ ਸਨ। ਭਾਈ ਦਾਲ ਸਬਜ਼ੀਆਂ ਬਣਾਉਂਦੇ, ਬੀਬੀਆਂ ਨੇ ਫੁਲਕੇ ਬਣਾਉਣੇ, ਸਾਰਿਆਂ ਨੇ ਲੰਗਰ ਮਿਲ ਕੇ ਬਣਾਉਣਾ। ਔਰ ਇੱਥੇ ਆਪਣੀ ਬਰਾਦਰੀ ਤੋਂ ਇਲਾਵਾ ਹੋਰ ਵੀ ਭਾਈਚਾਰਾ ਬਹੁਤ ਹੈ, ਉਹਨਾਂ ਦੇ ਨਾਲ ਵੀ ਬਹੁਤ ਸਾਂਝ ਹੈ। ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਤੇ ਉਹ ਕੜਾਹ ਪ੍ਰਸ਼ਾਦ, ਲੰਗਰ ਆਪ ਨਾਲ ਆ ਕੇ ਸੇਵਾ ਕਰਦੇ ਹਨ। ਇਸ ਕਰਕੇ ਇੱਥੇ ਬਹੁਤ ਵਧੀਆ ਭਾਈਚਾਰਾ ਬਣਿਆ ਹੋਇਆ ਹੈ। ਜਦੋਂ ਵੀ ਕਿਸੇ ਨੂੰ ਮੌਕਾ ਮਿਲੇ ਤਾਂ ਇਸ ਮੰਦਿਰ ਆ ਕੇ ਦਰਸ਼ਨ ਕਰ ਸਕਦੇ ਹਨ। ਲਓ ਹੁਣ ਬੁੱਧੀ ਪ੍ਰਕਾਸ਼ ਜੀ ਕੁਛ ਬੋਲਣਗੇ। ਸਾਰਿਆਂ ਨੂੰ ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ, ਗੁਰੂ ਰੂਪ ਸਾਧ ਸੰਗਤ ਜੀ। ਇਹ ਦਿੱਲੀ ਦਾ ਬਹੁਤ ਹੀ ਇੱਕ ਇਤਿਹਾਸਿਕ ਧਰਮ ਸਥਾਨ ਹੈ, ਕਿਉਂਕਿ ਪੰਜਾਬ ਤੋਂ ਜਿੰਨੇ ਵੀ ਲੋਕ ਇੱਥੇ ਦਿੱਲੀ ਵੱਲ ਆਏ, ਜੌਬ ਵਾਸਤੇ ਆਏ, ਸੈਟਲ ਹੋਣ ਵਾਸਤੇ ਆਏ, ਅਤੇ ਪਹਿਲਾਂ ਕਰੋਲ ਬਾਗ ਉਹਨਾਂ ਦਾ ਪ੍ਰਸਥਾਨ ਹੁੰਦਾ ਸੀ। ਉਸ ਤੋਂ ਬਾਅਦ ਰਿਸ਼ਤੇਦਾਰੀਆਂ ਚੱਲਦੇ ਚੱਲਦੇ ਸੁਦਰਸ਼ਨ ਪਾਰਕ ਨਵੀਂ ਦਿੱਲੀ 15 ਜੋ ਕਿ ਪਿੰਨ ਕੋਡ ਇੱਥੇ ਦਾ ਉਹ ਹੋਈਆਂ। ਇਸ ਮੰਦਿਰ ਦਾ ਸਾਰਿਆਂ ਨਾਲੋਂ ਵੱਡਾ ਇਤਿਹਾਸ ਇਹ ਹੈ ਕਿ ਇਹ ਕਿੱਦਾਂ ਦੀ ਕਲੋਨੀ ਹੈ ਕਿ ਜਿੱਥੇ ਅਸੀਂ ਕਿਸੇ ਨੂੰ ਅੰਕਲ ਨਹੀਂ ਕਹਿੰਦੇ, ਮਾਮਾ ਜੀ ਕਹਿੰਦੇ ਆ, ਫੁੱਫੜ ਜੀ ਕਹਿੰਦੇ ਆ, ਚਾਚਾ ਜੀ ਕਹਿੰਦੇ ਆ, ਤਾਇਆ ਜੀ ਕਹਿੰਦੇ ਆ। ਅਤੇ ਅੱਜ ਜਿਹੜੀ ਯਾਦ ਹੈ ਉਹ ਸਾਰਿਆਂ ਨਾਲੋਂ ਪਹਿਲਾਂ ਯਾਦ ਜਿਹੜੀ ਹੈ, ਜਿਹੜੇ ਮਤਲਬ ਸਾਡੇ ਮੰਦਿਰ ਦੇ ਪਿੱਲਰ ਸੀਗੇ, ਸ਼੍ਰੀ ਭਾਗਮਲ ਸੱਲਣ ਜੀ ਜੋ ਕਿ ਸ਼੍ਰੀ RL ਪ੍ਰਦੀਪ ਸਾਹਿਬ ਦੇ ਫਾਦਰ ਅਤੇ GC ਸੱਲਣ ਸਾਹਿਬ ਦੇ ਫਾਦਰ ਸੀਗੇ। ਅਤੇ ਉਹ ਬੜੇ ਕ੍ਰਾਂਤੀਕਾਰੀ ਸੋਚ ਸੀ ਉਹਨਾਂ ਦੀ। ਉਹ ਜਦੋਂ ਵੀ ਅਸੀਂ ਗਲੀਆਂ ਵਿੱਚ ਕਿਸੇ ਚੌਕ 'ਤੇ ਗੁਰੂ ਰਵਿਦਾਸ ਮਹਾਰਾਜ ਦਾ ਗੁਰਪੁਰਬ ਮਨਾਉਂਦੇ ਸੀਗੇ ਤਾਂ ਉਹ ਕਹਿੰਦੇ ਸੀ ਵੀ ਸਾਡਾ ਮੰਦਿਰ ਕਿਉਂ ਨਹੀਂ ਬਣ ਰਿਹਾ। ਅਤੇ ਫਿਰ ਗੁਰੂ ਮਹਾਰਾਜ ਜੀ ਦਾ ਇੱਕ ਚਮਤਕਾਰ ਹੋਇਆ ਕਿ ਇਹ ਜਿਹੜੀ ਜਗ੍ਹਾ ਸੀ ਇਹ ਸੀਵਰੇਜ ਦੇ ਵਾਸਤੇ MCD ਨੇ ਚੂਜ਼ ਕੀਤੀ ਸੀ। ਫਿਰ ਸਾਨੂੰ ਰਾਤੋਂ ਰਾਤ ਪਤਾ ਲੱਗਿਆ ਕਿ ਇਹ ਜਗ੍ਹਾ ਜਿਹੜੀ ਹੈ ਇਹ ਤਾਂ ਇੱਥੇ ਡੰਪਰ ਬਣ ਜਾਣਾ ਸੀਵਰ ਦਾ, ਇਹ ਤਾਂ ਐਂਟਰੀ ਬਹੁਤ ਗੰਦੀ ਹੋ ਜਾਣੀ ਹੈ ਏਰੀਏ ਦੀ। ਅਤੇ ਇੱਥੇ ਮੈਂ ਯਾਦ ਕਰੂੰਗਾ ਸਵਰਗੀ ਤਰਲੋਕ ਸਿੰਘ ਜੀ ਜਿਨ੍ਹਾਂ ਦਾ ਇੱਥੇ ਟਾਲ ਹੁੰਦਾ ਸੀਗਾ। ਉਹ ਕਾਫੀ ਸਮੇਂ ਤੋਂ ਇੱਥੇ ਆਪਣਾ ਟਾਲ ਚਲਾਉਂਦੇ ਸੀਗੇ ਅਤੇ ਉਹਨਾਂ ਨੇ ਜਦ ਸੋਚਿਆ ਕਿ ਇਹ ਜਗ੍ਹਾ ਚਲੀ ਜਾਣੀ ਹੈ ਅਤੇ ਉਹਨਾਂ ਨੇ ਰਾਤੋਂ ਰਾਤ ਸਾਡੇ ਤਾਇਆ ਜੀ ਸਵਰਨ ਦਾਸ ਪਰਦੇਸੀ ਜੋ ਕਿ ਇਸ ਟਾਈਮ ਕੈਨੇਡਾ ਨਿਵਾਸੀ ਹਨ, ਉਹਨਾਂ ਦੇ ਘਰ ਮੀਟਿੰਗ ਹੋਈ। ਮੇਰੇ ਫਾਦਰ ਸਾਹਿਬ ਹਰਬਿਲਾਸ ਮੰਗੜ ਜੀ, ਭਾਗਮਲ ਸੱਲਣ ਜੀ, ਮੇਹਰਚੰਦ ਟੂਰਾ ਜੀ, ਕਰਮਚੰਦ ਜੀ, ਔਰ ਸਾਰਿਆਂ ਨਾਲੋਂ ਵੱਡਾ ਨਾਮ ਜਿਹੜਾ ਹੈਗਾ ਉਹ ਜਿਹੜੇ ਅਣਥੱਕ ਸੇਵਾਦਾਰ ਸੀਗੇ ਮੰਦਿਰ ਦੇ। ਇਹ ਮੈਨੂੰ ਕਹਿੰਦੇ ਹੋਏ ਬੜਾ ਹੀ ਸ਼ੋਭਾ ਮੈਨੂੰ ਮਿਲ ਰਹੀ ਹੈ ਇਸ ਗੱਲ ਦੀ ਕਿ ਉਹ ਸੀਗੇ ਸਵਰਗੀ ਸ਼੍ਰੀ ਗੁਲਜ਼ਾਰੀ ਲਾਲ ਜੀ, ਜਿਹੜੇ ਕਿ ਕਿੱਦਾਂ ਦੇ ਸ਼ਖਸ ਸੀਗੇ। ਉਹ ਮਤਲਬ ਉਹਨਾਂ ਦਾ ਸਰੀਰ ਤਾਂ ਬਹੁਤ ਹਲਕਾ ਸੀਗਾ ਪਰ ਉਹਨਾਂ ਦਾ ਜਜ਼ਬਾ ਇੱਕ ਕ੍ਰਾਂਤੀਕਾਰੀ ਸੀਗਾ। ਉਹ ਜੋ ਠਾਣ ਲੈਂਦੇ ਸੀ ਉਹ ਕਰਕੇ ਹਟਦੇ ਸੀਗੇ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਸਾਡੇ ਸ਼੍ਰੀ FC ਮਲ ਸਾਹਿਬ ਹਨ ਉਹ ਉਹਨਾਂ ਦੇ ਦਮਾਦ ਹਨ ਅਤੇ ਗੁਲਜ਼ਾਰੀ ਲਾਲ ਜੀ ਚੁੰਬਰ ਜੀ ਉਹ ਸਾਡੇ FC ਮਲ ਸਾਹਿਬ ਦੇ ਸਹੁਰਾ ਸਾਹਿਬ ਹਨ। ਔਰ ਸਾਨੂੰ ਮਾਣ ਹੈ ਇਹਨਾਂ ਦੇ ਉੱਪਰ ਵੀ ਕਿ ਇਹ ਸਮਾਜ ਲਈ ਬਹੁਤ ਵੱਡਾ ਕੰਮ ਕਰ ਰਹੇ ਆ। ਸਾਡੀ ਭੈਣ ਹਰਭਜਨ ਕੌਰ ਜੀ ਇਹਨਾਂ ਦੇ ਘਰੋਂ ਬਿਲਕੁਲ ਕੰਧੇ ਨਾਲ ਕੰਧਾ ਮਿਲਾ ਕੇ ਸਾਡੇ ਦਿੱਲੀ ਵਿੱਚ ਸਮਾਜ ਦੀ ਸੇਵਾ ਕਰ ਰਹੇ ਹਨ। ਅਤੇ ਗੁਲਜ਼ਾਰੀ ਲਾਲ ਜੀ ਇੱਕ ਇੱਦਾਂ ਦੀ ਸ਼ਖਸੀਅਤ ਸੀਗੇ ਕਿ ਅਸੀਂ ਉਹਨਾਂ ਲੋਕਾਂ ਨੂੰ ਭੁੱਲ ਚੁੱਕੇ ਹਾਂ। ਸਾਨੂੰ ਯਾਦ ਕਰਨਾ ਚਾਹੀਦਾ ਉਹਨਾਂ ਨੂੰ, ਕਿਉਂਕਿ ਜਦੋਂ ਗੁਰਪੁਰਬ ਹੁੰਦਾ ਸੀ ਉਹ 3-4 ਮਹੀਨੇ ਪਹਿਲੇ ਹੀ ਪਤਾ ਨਹੀਂ ਕਿੱਥੋਂ ਰੱਸੀਆਂ ਇਕੱਠੀਆਂ ਕਰਦੇ ਸੀਗੇ, ਕਿੱਥੋਂ ਕਾਗਜ਼ ਕਟਾ ਕੇ ਲੈ ਕੇ ਆਉਂਦੇ ਸੀਗੇ। ਉਹ ਦਿਨ ਰਾਤ ਬੈਠੇ ਘਰੇ ਹੀ ਲੇਟੀ ਬਣਾ ਕੇ ਅਤੇ ਉਹ ਆਪਣੀਆਂ ਝੰਡੀਆਂ ਬਣਾਉਂਦੇ ਸੀ ਗੁਰੂ ਮਹਾਰਾਜ ਦੇ ਸ਼ੋਭਾ ਵਾਸਤੇ। ਔਰ ਬੜਾ ਹੀ ਇਹ ਪੂਰੇ ਏਰੀਏ ਨੂੰ ਉਹ ਆਪਣੀ ਝੰਡੀਆਂ ਨਾਲ ਸਜਾਉਂਦੇ ਹੁੰਦੇ ਸੀਗੇ। ਅਸੀਂ ਤਾਂ ਛੋਟੇ ਹੁੰਦੇ ਸੀਗੇ, ਸਾਨੂੰ ਬੜਾ ਚਾਅ ਹੁੰਦਾ ਸੀ, ਅਸੀਂ ਉਹਨਾਂ ਦੇ ਘਰ ਜਾ ਕੇ ਬੈਠੇ ਰਹਿੰਦੇ ਸੀਗੇ ਅਤੇ ਚਾਹ ਪਾਣੀ ਉਹਨਾਂ ਨੇ ਬਣਾਉਣਾ, ਖੁਦ ਹੀ ਸੇਵਾ ਕਰਨੀ। ਸਾਡੀ ਆਂਟੀ ਪੂਰੋ ਦੇਵੀ ਜੀ ਸਵਰਗਵਾਸ ਵਿੱਚ ਗੁਰੂ ਮਹਾਰਾਜ ਦੇ ਬੇਗਮਪੁਰ ਦੇ ਨਿਵਾਸੀ ਹਨ। ਬੜਾ ਹੀ ਉੱਥੇ ਚਾਅ ਹੁੰਦਾ ਸੀਗਾ। ਫਿਰ ਉਸ ਤੋਂ ਬਾਅਦ ਕੀ ਹੋਇਆ, ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਇਹ ਜਗ੍ਹਾ ਜਾ ਰਹੀ ਹੈ ਅਤੇ ਰਾਤ ਨੂੰ ਮੀਟਿੰਗ ਹੋਈ ਔਰ ਕਿਹਾ ਕਿ ਸਵੇਰੇ ਆਪਾਂ ਸਾਰਿਆਂ ਨੇ ਛੁੱਟੀ ਕਰਨੀ ਹੈ, ਕਿਉਂਕਿ ਸਾਰੇ ਗੌਰਮੈਂਟ ਸਰਵੈਂਟ ਸੀਗੇ। ਛੁੱਟੀ ਕਰਕੇ ਅਤੇ ਇੱਥੇ ਆ ਕੇ ਗੁਰੂ ਮਹਾਰਾਜ ਦੀ ਇੱਕ ਫੋਟੋ ਰੱਖੀ ਗਈ, ਰੂਪ ਰੱਖਿਆ ਗਿਆ ਅਤੇ ਸੋਹੰਗ ਦਾ ਝੰਡਾ ਇੱਕ ਇੱਥੇ ਨਿਸ਼ਾਨ ਸਾਹਿਬ ਚੜ੍ਹਾ ਦਿੱਤਾ ਗਿਆ। ਪਰ ਹੋਣਾ ਉਹੀ ਸੀਗਾ, ਥੋੜ੍ਹੀ ਦੇਰ ਬਾਅਦ ਹੀ ਪੁਲਿਸ ਕਾਫੀ ਇੱਥੇ ਜੀਪਾਂ ਹੁੰਦੀਆਂ ਸੀ, 2-3 ਜੀਪਾਂ ਆ ਗਈਆਂ ਅਤੇ ਉਹਨਾਂ ਨੇ ਆ ਕੇ ਸਾਨੂੰ ਸਾਡੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕੀਤਾ। ਪਰ ਉਹ ਡਟੇ ਰਹੇ। ਉੱਦਾਂ ਦੇ ਵੀਰ ਯੋਧੇ ਸਾਡੇ ਸਮਾਜ 'ਚ ਹੋਣੇ ਚਾਹੀਦੇ ਜਿਹੜੇ ਕਿ ਆਪਣੇ ਸਮਾਜ ਬਾਰੇ ਡਟੇ ਰਹਿੰਦੇ ਆ। ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਨਹੀਂ ਜਾਓਗੇ ਤਾਂ ਇੱਥੇ ਗੋਲੀਆਂ ਚੱਲਣਗੀਆਂ। ਤਾਂ ਇੱਕੋ ਬੋਲੀ ਸੀ ਸਾਡੇ ਪੂਰੇ ਸਮਾਜ ਦੀ ਕਿ ਇੱਥੇ ਅਗਰ ਗੋਲੀਆਂ ਚੱਲਣਗੀਆਂ ਤਾਂ ਇੱਥੇ ਲਾਸ਼ਾਂ ਵੀ ਵਿਛਣਗੀਆਂ।
ਤੇ ਕਰਦੇ ਕਰਦੇ ਏਸੀਪੀ ਤੱਕ ਗੱਲ ਗਈ। ਏਸੀਪੀ ਨੇ ਕਿਹਾ ਮੇਰੇ ਵੱਸ ਦਾ ਨਹੀਂ ਆ। ਤਾਂ ਮੈਨੂੰ ਯਾਦ ਹੈ ਮੈਂ 10ਵੀਂ 'ਚ ਪੜ੍ਹਦਾ ਹੁੰਦਾ ਸੀ ਉਦੋਂ, ਤੇ ਡੀਸੀਪੀ ਇੱਥੇ ਆਇਆ ਸੀਗਾ ਤੇ ਉਹਨੇ ਆ ਕਿਹਾ ਸੀ ਕਿ ਚਲੋ ਮੈਂ ਤੁਹਾਡਾ ਜਿਹੜਾ ਦੇਖ ਰਿਹਾ ਵੀ ਤੁਹਾਡੇ ਵਿੱਚ ਆਦਰ ਸਤਿਕਾਰ ਬਹੁਤ ਹੈ ਗੁਰੂ ਜੀ ਲਈ, ਪਰ ਉਹਨੇ ਬਹੁਤ ਹੀ ਇੱਕ ਨਾ ਟਫ ਸਾਨੂੰ ਟਾਸਕ ਦਿੱਤਾ। ਉਹਨੇ ਕਿਹਾ ਕਿ ਅਗਰ ਤੁਸੀਂ ਰਾਤੋਂ ਰਾਤ 4 ਦੀਵਾਰੀ ਕਰਕੇ ਅਗਰ ਛੱਤ ਪਾ ਲੂੰਗੇ ਤਾਂ ਇਹ ਜਗ੍ਹਾ ਤੁਹਾਡੀ। ਅਤੇ ਜੋਸ਼ ਬੜਾ ਸੀਗਾ। ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਉਦੋਂ ਬਹੁਤ ਯੰਗ ਜਵਾਨ ਹੁੰਦੀਆਂ ਸੀ। ਅਤੇ ਇੱਥੇ ਇੱਕ ਮੋਚੀ ਮਾਰਕੀਟ ਹੈ ਕੀਰਤੀ ਨਗਰ ਦੇ ਕੋਲ, ਉੱਥੋਂ ਸਾਡੇ ਮੋਚੀ ਭਾਈ ਆ ਗਏ ਸਾਰੇ, ਇੱਥੋਂ ਨਾਲੇ ਤੋਂ ਮਿੱਟੀ ਪੱਟ ਪੱਟ ਕੇ ਅਤੇ ਰਾਤੋਂ ਰਾਤ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਹੋਈ ਕਿ ਉਹ ਛੱਤ ਤਿਆਰ ਹੋ ਗਈ। ਉਹ ਜਦੋਂ ਡੀਸੀਪੀ ਅਗਲੇ ਦਿਨ ਆਇਆ ਅਤੇ ਉਹ ਹੈਰਾਨ ਹੋ ਗਿਆ ਕਿ ਇਹਨਾਂ ਨੇ ਇੱਕ ਰਾਤ ਵਿੱਚ ਆਪਣਾ ਮਤਲਬ ਕਿ ਪੂਰਾ ਹਾਲ ਹੀ ਤਿਆਰ ਕਰ ਲਿਆ। ਅਤੇ ਉਹ ਬੜਾ ਅੰਦਰੋਂ ਅੰਦਰ ਬਹੁਤ ਖੁਸ਼ੀ ਹੋਈ। ਔਰ ਉਹਨੇ ਜਾਂਦੇ ਜਾਂਦੇ ਇੱਕੋ ਹੀ ਗੱਲ ਕਹੀ ਕਿ ਮੈਂ ਜੀ ਜਦੋਂ ਵੀ ਤੁਸੀਂ ਗੁਰੂ ਜੀ ਦਾ ਕੋਈ ਗੁਰਪੁਰਬ ਮਨਾਉਂਗੇ ਜਾਂ ਕੋਈ ਫੰਕਸ਼ਨ ਕਰੂੰਗੇ ਤਾਂ ਮੈਂ ਜ਼ਰੂਰ ਆਊਂਗਾ। ਅਤੇ ਉਹ ਡੀਸੀਪੀ ਸਾਹਿਬ ਵੀ ਆਏ ਸੀਗੇ। ਅਤੇ ਇਹ ਬਹੁਤ ਹੀ ਭਾਗਾਂ ਵਾਲੀ ਜਗ੍ਹਾ ਆ। ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੀ ਪ੍ਰਕਾਸ਼ ਹੈ। ਅਤੇ ਦਿੱਲੀ ਵਿੱਚ ਜਿਹੜੀ ਗੁਰੂ ਮਹਾਰਾਜ ਦੀ ਸ਼ੋਭਾ ਯਾਤਰਾ ਸ਼ੁਰੂ ਹੁੰਦੀ ਹੈ ਜਾਂ ਗੁਰਪੁਰਬ ਸ਼ੁਰੂ ਹੁੰਦੇ ਹਨ, ਸਾਡਾ ਪਹਿਲਾ ਜਿਹੜਾ ਗੁਰਪੁਰਬ ਹੁੰਦਾ ਹੈ ਮਨਾਇਆ ਜਾਂਦਾ ਹੈ ਉਹ ਇੱਥੋਂ ਸ਼ੁਰੂ ਹੁੰਦਾ ਆ। ਉਹ ਤੋਂ ਬਾਅਦ ਕੇ ਪਰਮ ਸ਼ੋਭਾ ਯਾਤਰਾ ਹੁੰਦੀ ਹੈ। ਅਤੇ ਇੱਦਾਂ ਧੀਰੇ ਧੀਰੇ ਸਾਡੇ ਮੰਗੋਲਪੁਰੀ ਬਹੁਤ ਭव्य ਮੰਦਰ ਬਣਿਆ ਆ। ਮੋਹਨ ਗਾਰਡਨ ਹੈ, ਸੰਤਗੜ੍ਹ ਹੈ, ਮੋਤੀ ਬਾਗ ਹੈ, ਨਾਨਕਪੁਰਾ ਹੈ, ਫਰੀਦਾਬਾਦ ਹੈ। ਤਾਂ ਦਿੱਲੀ ਦੇ ਬਹੁਤ ਅਲੱਗ ਅਲੱਗ ਜਗ੍ਹਾ 'ਤੇ ਦੇਵਨਗਰ ਹੈ। ਫਿਰ ਉਹ ਧੀਰੇ ਧੀਰੇ ਗੁਰੂ ਜੀ ਦਾ ਲੜੀਵਾਰ ਫੰਕਸ਼ਨ ਮਨਾਇਆ ਜਾਂਦਾ ਹੈ। ਤੁਸੀਂ ਭਾਗਾ ਵਾਲੇ ਹੋ, ਕਦੀ ਵੀ ਦਿੱਲੀ ਆਓ ਅਤੇ ਰਿੰਗ ਰੋਡ ਜੋ ਕਿ ਰਾਜਾ ਗੜ੍ਹ ਨੂੰ ਰਸਤਾ ਜਾਂਦਾ ਹੈ ਪੰਜੇ ਵਿਭਾਗ ਤੋਂ, ਲੈਫਟ ਸਾਈਡ 'ਤੇ ਇਹ ਗੁਰਧਾਮ ਪੈਂਦਾ ਹੈ। ਅਤੇ ਸਾਡਾ ਵੀ ਇੱਕ ਪ੍ਰੋਜੈਕਟ ਹੁਣ ਅਸੀਂ ਉੱਤੇ ਕੰਮ ਕਰਾਂਗੇ ਕਿ ਅਸੀਂ ਇੱਥੇ 2-4 ਕਮਰੇ ਬਣਾਉਣੇ ਹੈ ਤਾਂ ਕਿ ਜੋ ਜਨਤਾ ਪੰਜਾਬ ਤੋਂ ਆਉਂਦੀ ਹੈ ਏਅਰਪੋਰਟ ਵਾਸਤੇ ਉਹਨਾਂ ਲਈ ਅਸੀਂ ਕੁਛ ਮਤਲਬ ਕਿ ਇੱਥੇ ਜਗ੍ਹਾ ਬਣਾਈਏ ਤਾਂ ਕਿ ਸਾਡੇ ਭਾਈਆਂ ਨੂੰ, ਸਾਡੇ ਸਮਾਜ ਨੂੰ, ਸਾਡੇ ਮੰਦਰ ਦਾ ਕੋਈ ਯੋਗਦਾਨ ਹੋਵੇ। ਸਾਰਿਆਂ ਨੂੰ ਦਾਸ ਵੱਲੋਂ ਪ੍ਰਧਾਨ ਜੀ ਸ਼੍ਰੀ ਹਰਜਾਈ ਲਾਲ ਜੀ ਔਰ ਸਾਡੇ ਮਤਲਬ ਕਿ ਅਸੀਂ ਤਾਂ ਇਹਨਾਂ ਨੂੰ ਕਿਉਂਕਿ ਸਾਡੇ ਜੀਜਾ ਜੀ ਜੋ ਕਿ ਪਹਿਲੇ ਜੇਠੇ ਜਵਾਈ ਹਨ ਸਾਡੇ ਇੱਥੇ ਸੁਦਰਸ਼ਨ ਪਾਰਕ ਦੇ, ਅਤੇ ਸਾਰਿਆਂ ਨੂੰ ਮੁਬਾਰਕਾਂ ਜੀ। ਇਹ ਬਹੁਤ ਹੀ ਅੱਛਾ ਉਪਰਾਲਾ ਕੀਤਾ ਮਲ ਸਾਹਿਬ। ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ। ਬੁੱਧੀ ਪ੍ਰਕਾਸ਼ ਜੀ ਨੇ ਘਟਨਾ ਦਾ ਜ਼ਿਕਰ ਕੀਤਾ। ਮੈਂ ਵੀ ਉਸ ਦਿਨ ਇੱਥੇ ਹੀ ਸੀਗਾ। ਕਾਫੀ 25-30 ਲੇਡੀਜ਼ ਜੈਂਟਸ ਇੱਥੇ ਇਕੱਠੇ ਹੋਏ ਸਨ। ਅਸੀਂ ਸਾਰੇ ਬੜੇ ਜੋਸ਼ ਦੇ ਨਾਲ ਲੱਗੇ ਹੋਏ ਸਨ। ਉੱਧਰੋਂ ਪੁਲਿਸ ਆ ਗਈ, ਸਾਡੇ ਤਸਲੇ ਕੱਸੀਆਂ ਚੌਕ ਕੇ ਲੈ ਗਏ ਮੋਤੀ ਨਗਰ ਥਾਣੇ। ਉਹਦੇ ਵਿੱਚੋਂ ਕੁਛ ਤਾਂ ਸਾਡੇ 'ਚੋਂ ਡਰ ਵੀ ਗਏ। ਮੈਂ ਉਦੋਂ ਘੱਟ ਉਮਰ ਦਾ ਸੀਗਾ, ਪਰ ਜਦੋਂ ਥਾਣੇ ਗਏ ਨਾ ਅਤੇ ਸਾਡੇ ਬੰਦਿਆਂ ਨੇ SHO ਨੂੰ ਵੀ ਝਾੜ ਦਿੱਤਾ। ਅਤੇ ਫਿਰ ਉਦੋਂ ਤਾਂ ਮੈਨੂੰ ਪਤਾ ਹੈ ਕਿ ਜਿਹਦੇ ਘਰ 2, 4, 5, 10, 20 ਇੱਟਾਂ ਪਈਆਂ ਸੀ ਉਹ ਇੱਟਾਂ ਚੁੱਕ ਲਿਆ। ਜਿਹਦੇ ਘਰ ਕੋਈ ਸੀਮਿੰਟ ਦਾ ਬੋਰਾ ਪਿਆ ਸੀ ਉਹ ਸੀਮਿੰਟ ਚੁੱਕ ਲਿਆ। ਜਿਹਦੇ ਘਰ ਕੋਈ ਪਾਈਪ ਪਿਆ ਸੀ ਉਹ ਚੁੱਕ ਲਿਆ। ਮਤਲਬ ਕਿ ਇਸ ਤਰ੍ਹਾਂ ਅਸੀਂ ਰਾਤੋਂ ਰਾਤ ਇਹ ਸਾਰਾ ਕੰਮ ਕਰਕੇ ਜਗ੍ਹਾ ਨੂੰ ਘਿਰ ਕੇ ਬਣਾ ਲਿਆ ਮੰਦਰ। ਅਤੇ ਉਦੋਂ ਤੋਂ ਬਾਅਦ ਪੁਲਿਸ ਵਾਲੇ ਵੀ ਸਾਡੇ ਨਾਲ ਆ ਗਏ ਅਤੇ ਬਾਕੀ ਸਮਾਜ ਵੀ ਸਾਡੇ ਨਾਲ ਆ ਗਿਆ। ਅਤੇ ਇਹ ਮੰਦਰ ਉਦੋਂ ਤੋਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ। ਇੱਥੇ ਜਿੰਨੇ ਵੀ ਮੈਨੂੰ ਪਤਾ ਹੈ ਕਿਉਂਕਿ ਮੇਰੇ ਇੱਥੇ ਇਨਲੌਜ ਸਨ ਔਰ ਮੈਂ 5-7 ਸਾਲ ਇੱਥੇ ਕਾਫੀ ਰਿਹਾ ਵੀ ਹਾਂ। ਔਰ ਮੈਨੂੰ ਪਤਾ ਹੈਗਾ ਕਿ ਜਿੰਨੇ ਵੀ ਇੱਥੇ ਸਾਡੇ ਪਰਿਵਾਰ ਰਹਿੰਦੇ ਸਨ ਉਹਨਾਂ ਦਾ ਆਪਸ ਵਿੱਚ ਇਤਫਾਕ ਬਹੁਤ ਸੀ, ਭਾਈਚਾਰਾ ਬਹੁਤ ਸੀ। ਪਿੰਡਾਂ ਤੋਂ ਆਏ ਹੋਏ ਸਨ, ਲਾਗੇ ਲਾਗੇ ਦੇ ਪਿੰਡਾਂ ਦੇ ਸਨ, ਇੱਕ ਦੂਜੇ ਨਾਲ ਰਿਸ਼ਤੇਦਾਰੀਆਂ ਸਨ। ਜੇ ਨਹੀਂ ਵੀ ਕੋਈ ਰਿਸ਼ਤੇਦਾਰੀ ਸੀ ਤਾਂ ਵੀ ਇੱਥੇ ਆ ਕੇ ਇੱਕ ਦੂਜੇ ਦੇ ਚਾਚੇ ਤਾਏ ਇੱਦਾਂ ਮਾਮੇ ਬਣ ਕੇ, ਜਿੱਦਾਂ ਬੁੱਧੀ ਪ੍ਰਕਾਸ਼ ਜੀ ਕਹਿ ਰਹੇ ਸਨ, ਇਸ ਤਰ੍ਹਾਂ ਸਾਰੇ ਕਹਿੰਦੇ ਸਨ। ਪਰ ਸਭ ਤੋਂ ਵੱਡਾ ਯੋਗਦਾਨ ਭਾਗਮਾਲ ਸੱਲਣ ਉਹਨਾਂ ਦਾ, ਜਿਹੜੇ ਕਿ ਮੰਦਰ ਤੋਂ ਥੋੜ੍ਹਾ ਜਿਹਾ ਦੂਰ ਰਹਿੰਦੇ ਸਨ, ਉਹਨਾਂ ਦਾ RL ਪ੍ਰਦੀਪ ਸਾਹਿਬ ਦੇ ਫਾਦਰ ਦਾ, ਨਾਲ ਹੀ ਹਰਭਜਨ ਉਹਨਾਂ ਦਾ ਘਰ ਸੀਗਾ। ਔਰ ਮੈਨੂੰ ਪਤਾ ਕਿ ਪਹਿਲਾਂ ਅਸੀਂ ਸਵਰਨਦਾਸ ਪਰਦੇਸੀ ਉਹਨਾਂ ਦੇ ਘਰ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਸੀ। ਉੱਥੇ ਹੀ ਸਧਾਰਨ ਪਾਠ ਰੱਖਿਆ ਕਰਦੇ ਸੀ। ਦਫ਼ਤਰੋਂ ਤੋਂ ਸ਼ਾਮ ਨੂੰ ਆਉਣਾ ਔਰ ਉੱਥੇ ਪਾਠ ਕਰਨਾ। ਔਰ ਫਿਰ ਜਿਸ ਦਿਨ ਮਹਾਰਾਜ ਦਾ ਪ੍ਰੋਗਰਾਮ ਹੁੰਦਾ ਸੀ ਉਸ ਦਿਨ ਗਲੀ ਦੇ ਵਿੱਚ ਪੰਡਾਲ ਸਜਾ ਕੇ ਉੱਥੇ ਪ੍ਰੋਗਰਾਮ ਮਨਾਇਆ ਜਾਂਦਾ ਸੀ। ਇਸ ਕਰਕੇ ਸਵਰਨਦਾਸ ਪਰਦੇਸੀ ਜੀ ਜਿਹੜੇ ਕਿ ਹੁਣ ਕੈਨੇਡਾ ਵਿੱਚ ਰਹਿੰਦੇ ਹਨ ਔਰ ਉਹਨਾਂ ਦੀ ਧਰਮ ਪਤਨੀ ਪ੍ਰਕਾਸ਼ੋ ਜੀ, ਬਹੁਤ ਉਹਨਾਂ ਦਾ ਯੋਗਦਾਨ ਹੈ। ਨਾਲ ਹੀ ਲਛਮਣ ਦਾਸ ਭਟਗੇ ਸਨ, ਕਰਮਚੰਦ ਜੀ ਸਨ, ਗੁਰਦਿਆਲ ਸੱਲਣ ਸਨ ਔਰ RL ਪ੍ਰਦੀਪ ਦੇ ਭਾਈ ਸਾਹਿਬ ਅਤੇ ਗੁਰਦਿਆਲ ਚੰਦ ਪਰਦੇਸੀ ਉਹਨਾਂ ਦੇ ਭਾਈ ਸਾਹਿਬ ਸਨ। ਇੱਧਰ ਤਰਸੇਮ ਲਾਲ ਜੀ ਸੀਗੇ ਅਤੇ ਮੇਰੇ ਫਾਦਰ ਇਨ ਲਾ ਸਾਹਿਬ ਗੁਲਜ਼ਾਰੀ ਲਾਲ ਸੀਗੇ। ਇੱਧਰ ਮੇਰ ਚੰਦ ਟੂਰਾ ਜੀ, ਹਰਬਲਾਹ ਜੀ
ਤੇ ਹੋਰ ਆਪਣੇ ਹਜ਼ਾਰੀ ਲਾਲ ਜੀ ਤੇ ਹੋਰ ਜਿੰਨੇ ਵੀ ਇੱਥੋਂ ਸੱਜਣ ਸਨ, ਸਾਰਿਆਂ ਦਾ ਬੜਾ ਯੋਗਦਾਨ ਰਿਹਾ। ਜੇ ਇਹਨਾਂ ਯੋਗਦਾਨ ਨਾ ਹੁੰਦਾ ਤਾਂ ਅੱਜ ਤੱਕ ਇਹ ਮੰਦਿਰ ਇੱਥੇ ਤੱਕ ਨਹੀਂ ਪਹੁੰਚਣਾ ਸੀ। ਤੇ ਇਹੀ ਹੈ ਕਿ ਬਹੁਤ ਚੰਗਾ ਲੱਗਦਾ ਅਸੀਂ ਵੀ ਜਦੋਂ ਮੈਂ ਇਸ ਗੁਰੂ ਘਰ ਵਿੱਚ ਆ ਜਾਣਾ ਤਾਂ ਮੈਨੂੰ ਇੱਦਾਂ ਲੱਗਦਾ ਵੀ ਮੈਂ ਆਪਣੇ ਘਰ ਵਿੱਚ ਆ ਗਿਆ। ਬਹੁਤ ਚੰਗਾ, ਕਿਉਂਕਿ ਅਸੀਂ ਇੱਥੇ ਮਿਹਨਤ ਕੀਤੀ ਹੈਗੀ, ਉਦੋਂ ਨਾਲ ਖੜੇ ਹੋਏ ਆ, ਬਣਾਏ ਹੈਗਾ। ਉਸ ਤੋਂ ਬਾਅਦ ਫਿਰ ਮੈਂ ਮੰਗੋਲਪੁਰੀ ਚਲਾ ਗਿਆ, ਉੱਥੇ ਵੀ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਅਤੇ ਮੰਗੋਲਪੁਰੀ ਵੀ ਗੁਰੂ ਘਰ ਬਣ ਗਿਆ, ਜਿਹੜਾ ਕਿ ਮੇਹਰਚੰਦ ਟੂਰਾ ਜੀ ਇੱਥੇ ਹੁੰਦੇ ਸਨ। ਉਹ ਮੈਨੂੰ ਇਹ ਵੀ ਕਹਿਣਾ ਕਿ ਪਨੀਰੀ ਤਾਂ ਬਈ ਇਹ ਸੁਦਰਸ਼ਨ ਪਾਰਕ ਦੀ ਆ, ਪਰ ਇਹ ਪਨੀਰੀ ਬੂਟਾ ਮੰਗੋਲਪੁਰੀ ਆ ਕੇ ਲਗਾ ਦਿੱਤਾ, ਕਿਉਂਕਿ ਉੱਥੇ ਆਪਣਾਪਨ ਲੱਗਦਾ ਹੈ ਅਤੇ ਬਹੁਤ ਚੰਗਾ ਲੱਗਦਾ ਹੈ। ਅਤੇ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ। ਜੈ ਗੁਰਦੇਵ, ਧੰਨ ਗੁਰਦੇਵ।